जी लैल साहब सत श्री अकाल जी। सत श्री अकाल गिल साहब। बिल्कुल जी, मैं भी ठीक हाँ और उम्मीद करदा कि तुसीं भी ठीक ठाक होवोगे। हर बार की तरह रोज़ मरा की जिंदगी दे विच दोस्तों बड़े हादसे हो रहे हैं और बड़ियां गल्लां वापर रही ने सियासत दे विच। एक बार फिर सीनियर पत्रकार निरंजन सिंह जी लहल साडे स्टूडियो दे विच पहुंच चुके हैं। सो लहल साहब तुहाडा बहुत बहुत स्वागत है जी। सब तो पहला ਤੁਹਾਡਾ भी गिल साहब बहुत बहुत स्वागत ਜਿਹੜੇ ਤੁਸੀਂ रोज़ मैनू इस चैनल के थ्रू ਸਾਡੇ ਸਰੋਤਿਆਂ ਦੇ ਸਨਮੁਖ ਕਰਦੇ ਹੋ जी ਔਰ ਧੰਨਵਾਦ ਆ ਸਾਰੇ ਸਾਡੇ ਸਰੋਤਿਆਂ ਦਾ ਜਿਹੜਾ ਸਾਨੂੰ ਚੰਗੀਆਂ ਤੇ ਨੇਕ ਸਲਾਹਾਂ ਦਿੰਦਾ ਜਿਹਦੇ ਨਾਲ ਸਾਡਾ ਹੌਸਲਾ ਹੋਰ ਵੀ ਵੱਧਦਾ। जी बिल्कुल जी, ਤੁਹਾਡੇ ਹੌਸਲੇ ਦੇ ਸਦਕਾ ਅਸੀਂ ਇੱਕ ਵਾਰੀ ਫੇਰ ਪ੍ਰੋਗਰਾਮ ਖੁੰਡ ਚਰਚਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਔਰ ਤੁਹਾਡੇ ਨਾਲ ਸਾਡਾ 40 ਮਿੰਟ ਦਾ ਸਮਾਂ ਹੈ। ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਸਾਡਾ ਚੱਲਦਾ ਰਹੂਗਾ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਰੋਜ਼ ਸਫਲਤਾ ਦੀ ਪੌੜੀ ਵੱਲ ਵੱਧਦੇ ਜਾ ਰਹੇ ਹਾਂ। ਲਹਿਲ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੈ ਕਿ ਬੜੇ ਅਜੀਬੋ-ਗਰੀਬ ਬਿਆਨ ਆ ਰਹੇ ਨੇ। ਕੁਮਰ ਵਿਜੇ ਪ੍ਰਤਾਪ ਜਿਹੜੇ ਕਿ ਸਾਬਕਾ ਆਈਜੀ ਸੀ, ਉਹਨਾਂ ਦਾ ਇੱਕ ਬਿਆਨ ਆਇਆ ਬੜਾ ਹਾਸੋਹੀਣਾ ਕਹਿ ਸਕਦੇ ਹਾਂ ਆਪਾਂ, ਹਾਸੋਹੀਣਾ ਕਹਿ ਲਓ ਜਾਂ ਮੂਰਖਤਾ ਵਾਲਾ ਕਹਿ ਲਓ ਜਾਂ ਗੁਸਿਆਣਾ ਵੀ ਕਹਿ ਸਕਦੇ ਹਾਂ ਆਪਾਂ, ਕਿਉਂਕਿ ਆਪਾਂ ਇਸ ਗੱਲ ਬਾਤ ਵਿਵਾਦ 'ਚ ਨਹੀਂ ਪੈਂਦੇ। ਉਹ ਕਹਿੰਦਾ ਵੀ ਮਜੀਠੀਆ ਦੀ ਜ਼ਮਾਨਤ ਕਰਾਉਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਅਹਿਮ ਭੂਮਿਕਾ ਅਦਾ ਕਰਨਗੇ, ਕਿਉਂਕਿ ਮਜੀਠੀਆ ਕਿਤੇ ਲੁਕਿਆ ਨਹੀਂ। ਨਵਜੋਤ ਸਿੰਘ ਸਿੱਧੂ ਨੇ ਤੇ ਚਰਨਜੀਤ ਸਿੰਘ ਚੰਨੀ ਨੇ ਉਹਨੂੰ ਲੁਕੋ ਕੇ ਰੱਖਿਆ ਹੋਇਆ ਹੈ। ਸੋ ਅੱਜ ਉਹਦਾ ਫੈਸਲਾ ਹੋਣਾ, ਇਸ ਸ਼ੋਅ ਤੋਂ ਬਾਅਦ ਉਹਦਾ ਫੈਸਲਾ ਹੋ ਜਾਣਾ ਕਿ ਮਜੀਠੀਆ ਨੂੰ ਜ਼ਮਾਨਤ ਮਿਲਣੀ ਜਾਂ ਨਹੀਂ ਮਿਲਣੀ। ਫਿਰ ਆਪਾਂ ਦੇਖੋ, ਸੱਚ ਤਾਂ ਸੱਚ ਹੈ, ਝੂਠ ਝੂਠ ਆ, ਸਭ ਨੂੰ ਪਤਾ ਹੈ। ਜੇ ਮਜੀਠੀਆ ਸੱਚੇ ਨੇ ਤਾਂ ਜ਼ਮਾਨਤ ਹੋਣੀ ਹੈ, ਜੇ ਝੂਠੇ ਦਾ ਅਦਾਲਤ ਨੇ ਉਹਨਾਂ ਨੂੰ ਗ੍ਰੈਬ ਕਰ ਲੈਣਾ। ਔਰ ਵੈਸੇ ਵੀ ਇਹ ਜਿਹੜਾ ਮਾਮਲਾ ਸਾਰਾ ਹੈ ਸਿਆਸਤ ਤੋਂ ਪ੍ਰੇਰਿਤ ਹੈ। ਲਹਿਰ ਸਾਹਿਬ 2 ਮਿੰਟ ਵਾਸਤੇ ਆਪਾਂ ਗੱਲਾਂ ਮਸਲੇ ਕਹੀ ਨੇ, ਲੰਬਾ ਨਹੀਂ ਆਪਾਂ ਲੈ ਕੇ ਜਾਣਾ। ਜਿਹੜਾ ਇਹ ਕੁਮਰ ਵਿਜੇ ਪ੍ਰਤਾਪ ਦਾ ਜਿਹੜਾ ਬਿਆਨ ਆਇਆ ਹੈ, ਇਹ ਹਾਸੋਹੀਣ ਹੈ ਜਾਂ ਇਹਦੇ ਵਿੱਚ ਕੋਈ ਨਾ ਕੋਈ ਦਮ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ ਮਜੀਠੀਆ ਨੂੰ ਲੁਕੋ ਕੇ ਰੱਖਿਆ ਹੋਇਆ ਜੀ। ਗਿਲ ਸਾਹਿਬ, ਗੱਲ ਤੇ ਇਹ ਹੈ ਵੀ ਇਹ ਰਾਜਨੀਤਿਕ ਲੋਕ ਨੇ। ਜਦ ਤੱਕ ਤਾਂ ਵਿਜੇ ਪ੍ਰਤਾਪ ਸਿੰਘ ਪੁਲਿਸ ਸੀ ਨਾ, ਤਾਂ ਉਦੋਂ ਪ੍ਰਸ਼ਾਸਨਿਕ ਗੱਲਾਂ ਕਰਦੇ ਸੀ ਜੀ, ਪ੍ਰਸ਼ਾਸਨ ਦੀਆਂ ਗੱਲਾਂ। ਸਰਕਾਰ ਦੇ ਅਹਿਮ ਹਿੱਸਾ ਹੁੰਦਾ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈ। ਸੋ ਪੁਲਿਸ ਡਿਪਾਰਟਮੈਂਟ ਨੂੰ ਖੁਦ ਹੀ ਪਤਾ ਹੈ ਵੀ ਇਸ ਸਾਰੇ ਰੈਕਟ ਦੇ ਪਿੱਛੇ ਕੌਣ ਕੌਣ ਸੀਗੇ, ਇਹ 'ਚ ਕੋਈ ਓਹਲੇ ਨਹੀਂ। ਅੱਜ ਵੱਖਰੀ ਗੱਲ ਹੈ ਵੀ ਵਿਜੇ ਕੰਵਰ ਪ੍ਰਤਾਪ ਸਿੰਘ ਇਹ ਸਰਕਾਰ ਦੀ ਪ੍ਰਸ਼ਾਸਨਿਕ ਨੌਕਰੀ ਛੱਡ ਕੇ ਤੇ ਸਿਆਸਤ 'ਚ ਆ ਗਏ ਨੇ, ਤੇ ਸਿਆਸਤਦਾਨ ਕੁਝ ਵੀ ਕਹਿ ਸਕਦੇ ਨੇ ਜੀ। ਇਹਨਾਂ ਤੋਂ ਤੁਸੀਂ ਕੋਈ ਇਹੋ ਜਿਹੀ ਆਸ ਨਹੀਂ ਲਾ ਸਕਦੇ ਕਿ ਕੋਈ ਪੰਜਾਬ ਦੇ ਭਲੇ ਲਈ ਜਾਂ ਕਿਸੇ ਦੀ ਗੱਲ ਕਰਨਗੇ। ਇਹ ਹਮੇਸ਼ਾ ਹੀ ਸਮੁੱਚਾ ਜਿਹੜਾ ਸਾਡਾ ਰਾਜਨੀਤਿਕ ਢਾਂਚਾ ਹੈ, ਜੀ ਜੀ, ਉਹ ਨਵੇਂ ਤੋਂ ਨਵੇਂ ਜਿਹੜੇ ਨੇ ਉਹ ਆਪਣੇ ਆਪ ਨੂੰ ਉਹ ਟੀਵੀ ਦੇ ਰਾਹੀਂ ਜਾਂ ਲੋਕਾਂ 'ਚ ਮਤਲਬ ਜ਼ਿਆਦਾ ਐਸਟੈਬਲਿਸ਼ ਹੋਣ ਦੇ ਨਾਤੇ ਦੇ ਰਾਹੀਂ ਕੋਈ ਨਾ ਕੋਈ ਉਲਟ ਸਿੱਧੇ ਜਿਹੜੇ ਬਿਆਨ ਦਿੰਦੇ ਰਹਿੰਦੇ ਨੇ ਜੀ। ਜੇ ਇਹੋ ਜਿਹੀ ਗੱਲ ਵਿਜੇ ਪ੍ਰਤਾਪ ਜੀ ਜੇ ਹੁੰਦੀ ਤਾਂ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਚੰਨੀ ਸਟੇਜਾਂ 'ਤੇ ਖਲੋ ਕੇ ਉੱਚੀ ਉੱਚੀ ਆਵਾਜ਼ਾਂ ਨਾ ਦਿੰਦੇ ਵੀ ਇਹ ਰੈਕਟ ਦੇ ਪਿੱਛੇ ਮਜੀਠੀਆ ਹੈ। ਸੋ ਸਵਾਲ ਇਹ ਹੈ ਵੀ ਇਹ ਰਾਜਨੀਤਿਕ ਲੜਾਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਕੱਲ੍ਹ ਦਾ ਜਿਹੜਾ ਬਿਆਨ ਹੈ ਮਨਪ੍ਰੀਤ ਬਾਦਲ ਦਾ ਵੀ ਸੀ, ਉਹਦੇ ਵਿੱਚ ਵੀ ਇੱਕ ਸਾਫ਼ ਜ਼ਾਹਰ ਸੀ ਵੀ ਜਿਹੜਾ ਮਜੀਠੀਆ ਇਹ ਕੋਈ ਬਹੁਤਾ ਵੱਡਾ ਕੇਸ ਨਹੀਂ ਹੈ। ਇਸ ਕੇਸ ਨੂੰ ਸਿਰਫ ਤੇ ਸਿਰਫ ਇੱਕ ਨਿੱਜੀ ਕਿੜ ਕਰਕੇ ਰਾਜਨੀਤਿਕ ਤੌਰ ਦੇ ਉੱਤੇ ਇੱਕ ਬਦਲਾ ਲਊ ਜਿਹੜੀ ਕਾਰਵਾਈ ਹੈ, ਜਦੋਂ ਕਿ ਉਸੇ ਹੀ ਸਰਕਾਰ ਦਾ ਉਸੇ ਕਾਂਗਰਸ ਦਾ ਉਹ ਹਿੱਸਾ ਹੈ ਜੀ। ਸੋ ਗਿੱਲ ਸਾਹਿਬ, ਗੱਲ ਇਹ ਹੈ ਵੀ ਇਹ ਸੱਚਾਈ ਜਿਹੜੀ ਹੈ ਨਾ ਅੰਦਰ ਖਾਤੇ ਨਾ ਤਾਂ ਵਿਜੇ ਪ੍ਰਤਾਪ ਨੂੰ ਪਤਾ ਹੈ ਔਰ ਨਾ ਹੀ ਸਾਡੇ ਸਮੁੱਚੇ ਸਮਾਜ ਨੂੰ ਪਤਾ ਹੈ ਜੀ। ਇਹ ਸਾਰਾ ਕੁਝ ਜੋ ਕੁਝ ਆ ਹੁਣ ਇਹ ਤਾਂ ਹੁਣ ਕੋਰਟ ਵੇਖੇਗੀ। ਹੁਣ ਇਹੋ ਜਿਹੇ ਬੇਤੁਕੇ ਬਿਆਨ ਦੇਣ ਨਾਲ ਤੁਸੀਂ ਇਹ ਮਤ ਸੋਚੋ ਵੀ ਤੁਸੀਂ ਲੋਕਾਂ 'ਚ ਕੋਈ ਚੰਗਾ ਆਪਣਾ ਪ੍ਰਭਾਵ ਛੱਡ ਜਾਓਗੇ। ਸੋ ਚੰਗਾ ਹੋਵੇ ਵੀ ਇਸ ਗੱਲ ਨੂੰ ਸ਼ਾਂਤਮਈ ਰਹਿ ਕੇ ਚੁੱਪ ਰਹਿ ਕੇ ਵੇਖਿਆ ਜਾਵੇ। ਸੋ ਕਿ ਜਦੋਂ ਕੋਰਟ 'ਚ ਕੇਸ ਚਲੇ ਗਿਆ, ਹੁਣ ਤੇ ਐਵੇਂ ਜੇ ਕੋਈ ਰਾਜਾ ਵੜਿੰਗ ਵਰਗਾ ਜਾਂ ਨਵਜੋਤ ਸਿੰਘ ਸਿੱਧੂ ਵਰਗਾ ਜਾਂ ਕੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਜਾਂ ਕੋਈ ਹੋਰ ਐਵੇਂ ਬਾਹਾਂ ਉੱਚੀਆਂ ਕਰਕੇ ਰੌਲਾ ਪਾਉਂਦਾ ਰਹੇ, ਨਿੱਜੀ ਕਿੜ ਕੱਢਣ ਦੀ ਗੱਲ ਕਰਦਾ ਰਹੇ, ਤੇ ਉਹਦੇ ਨਾਲ ਲੋਕਾਂ 'ਚ ਪ੍ਰਭਾਵ ਗਲਤ ਜਾਂਦਾ। ਸੋ ਹੁਣ ਕੋਰਟ ਦੇ ਉਹਨਾਂ ਨੇ FIR ਲੌਸ ਕਰਤੀ। ਸਭ ਤੋਂ ਜ਼ਿਆਦਾ ਮੇਰਾ ਖਿਆਲ ਵੀ ਇਹਨੂੰ ਕੰਵਰ ਵਿਜੇ ਪ੍ਰਤਾਪ ਸਿੰਘ ਇਹ ਸਾਰੇ ਕੇਸ ਨੂੰ SIT ਦਾ ਮੈਂਬਰ ਸੀ ਔਰ ਇਹ ਇੰਚਾਰਜ ਸੀ, ਇਹਨੂੰ ਸਾਰੇ ਕੁਝ ਦਾ ਪਤਾ ਵੀ ਉਸ ਵੇਲੇ ਕੀ ਘਟਨਾ ਘਟੀ, ਕਿਵੇਂ ਇਹ ਉਸ ਨੂੰ ਆਪਣੇ ਲੈਵਲ ਤੇ ਉਹ ਕੇਸ ਜਿਹੜਾ ਉਹ ਫਾਈਟ ਕਰਦੇ ਰਹੇ ਨੇ, ਤੇ ਕਿਵੇਂ ਉਸ ਕੇਸ ਨੂੰ ਛੱਡ ਕੇ ਜਦੋਂ ਪੁਲਿਸ ਡਿਪਾਰਟਮੈਂਟ ਚੋਂ ਰਿਜ਼ਾਈਨ ਕੀਤਾ
ਇਹ ਤੋਂ ਕੋਈ ਓਲਾ ਨਹੀਂ। ਸਾਡੇ ਕੋਲ ਤਾਂ ਓਲਾ ਹੋ ਸਕਦਾ, ਸਮਾਜ ਕੋ ਓਲਾ ਹੋ ਸਕਦਾ, ਪਰ ਇਹਨਾਂ ਕੋ ਕੋਈ ਓਲੇ ਨਹੀਂ ਹੁੰਦੇ। ਸਵਾਲ ਇਸ ਗੱਲ ਦਾ ਵੀ ਅੱਜ ਹੁਣ ਜੋ ਕੁਝ ਹੋ ਗਿਆ ਇਹ ਤਾਂ ਹੁਣ ਕੋਰਟ ਦੇ ਨੇ ਦੇਖਣਾ ਹੈ ਵੀ ਸੱਚ ਤੇ ਝੂਠ ਕੀ ਹੈ। ਸੋ ਅੱਜ ਜਿਹੜੀ ਸ਼ਾਮ ਤੱਕ ਜਾਂ ਦੁਪਹਿਰ ਤੋਂ ਬਾਅਦ ਤੱਕ ਇਸ ਜਿਹੜੀ ਜ਼ਮਾਨਤ ਜਿਹੜੀ ਹੈ ਐਂਟੀਸਪੇਡਲੀ ਬੇਲ ਜਿਹੜੀ ਅਗਾਊਂ ਜ਼ਮਾਨਤ ਹੈ ਉਹ ਲੱਗੀ ਆ, ਉਹ ਕੋਰਟ ਵੇਖੇਗੀ ਕੋਰਟ ਕੀ ਡਿਸੀਜਨ ਦਿੰਦਾ ਹੈ, ਉਹਦੇ ਉੱਤੇ ਅੱਗੇ ਜਿਹੜੇ ਪ੍ਰਤੀਕਰਮ ਜਿਹੜੇ ਲੋਕਾਂ ਦੇ ਆਉਣੇ ਸ਼ੁਰੂ ਹੋ ਜਾਣਗੇ। ਜੀ ਬਿਲਕੁਲ ਜੀ। 2 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਲਹਿਰ ਸਾਹਿਬ ਆਇਆ ਜੀ ਸੀ ਕਿ ਕੁੰਵਰ ਵਿਜੇ ਪ੍ਰਤਾਪ 500 ਰੁਪਏ 'ਚ ਕੰਮ ਕਰ ਦਿੰਦਾ ਸੀ ਜੀ। ਇਹ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ। ਔਰ ਦੂਜੀ ਗੱਲ ਹੈ ਪੁਲਿਸ ਦੇ ਮਾਮਲੇ ਦੇ ਵਿੱਚ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਇੱਕ ਬੜਾ ਉਟਪਟਾ ਜਿਹਾ ਬਿਆਨ ਦਿੱਤਾ ਕਿ ਇਹ ਦੁਆਬੇ ਦਾ ਮਾਝੇ ਦਾ ਲੀਡਰ ਹੈ, ਇਹ ਜੇ ਬੜਕ ਮਾਰਦੇ ਥਾਣੇਦਾਰ ਦੀ ਪੈਂਟ ਗਿੱਲੀ ਹੋ ਜੇ। ਉਦੋਂ ਬਾਅਦ ਸੁਖਬੀਰ ਬਾਦਲ ਨੇ ਇਹ ਗੱਲ, ਸੁਖਬੀਰ ਬਾਦਲ ਦਾ ਬਿਆਨ ਆ ਜਾਣਾ ਕਿ 500 ਰੁਪਏ 'ਚ ਕੁੰਵਰ ਵਿਜੇ ਪ੍ਰਤਾਪ ਕੰਮ ਕਰਦਾ ਰਿਹਾ ਹੈ, ਪੁਲਿਸ ਬਕਾਊ ਹੈ, ਪੁਲਿਸ ਜਦੋਂ ਮਰਜ਼ੀ ਪੈਸੇ ਲੈ ਲਈ। ਹਾਲਾਂਕਿ ਇਸ ਗੱਲ 'ਚ ਸੱਚਾਈ ਹੈਗੀ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਮੈਂ ਇੱਕ ਤਾਂ ਗੱਲ ਲਹਿਰ ਸਾਹਿਬ ਇਹ ਕਹਿਣਾ ਚਾਹੁੰਦਾ ਕਿ ਜਦੋਂ 10 ਸਾਲ ਦੀ ਤੁਹਾਡੀ ਸਰਕਾਰ ਰਹੀ ਹੈ, ਤੁਸੀਂ ਪੁਲਿਸ ਵਿੱਚ ਕਿਉਂ ਨਾ ਸੁਧਾਰ ਕਰ ਸਕੇ? ਤੁਸੀਂ ਉਦੋਂ ਕਿਉਂ ਨਾ ਬੋਲੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ 500 ਰੁਪਏ 'ਚ ਕੰਮ ਕਰਦਾ? ਤੁਸੀਂ ਉਦੋਂ ਵਜ਼ਾਰਤ ਦੇ ਵਿੱਚ ਸੀ ਤਾਂ ਤੁਹਾਨੂੰ ਪਤਾ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਡਿਊਟੀ ਤੇ ਤੈਨਾਤ ਹੈ। ਤੁਸੀਂ ਇਸ ਗੱਲ ਦਾ ਉਦੋਂ ਕਿਉਂ ਨਹੀਂ ਸਟੈਪ ਚੱਕਿਆ? ਲੈ ਸਭ ਤੋਂ ਵੱਡਾ ਪ੍ਰੋਬਲਮ ਪਤਾ ਸਾਡੀ ਕੀ ਹੈ, ਅਸੀਂ ਉਦੋਂ ਬੋਲਦੇ ਜਦੋਂ ਅਸੀਂ ਓਪੋਜੀਸ਼ਨ 'ਚ ਹੁੰਦੇ ਹਾਂ। ਗੱਲ ਇਹ ਹੈ ਜਦੋਂ ਰੂਲਿੰਗ 'ਚ ਹੁੰਦੇ ਅਸੀਂ ਉਦੋਂ ਨਹੀਂ ਬੋਲਦੇ। ਗਿੱਲ ਸਾਹਿਬ ਗੱਲ ਤੇ ਇਹ ਹੈ ਵੀ ਜਿਹੜੇ ਰਾਜਨੀਤਿਕ ਲੋਕ ਨੇ ਨਾ, ਜੇ ਪੁਲਿਸ ਨੂੰ ਜੇ ਵੱਧ ਅਧਿਕਾਰ ਦਿੱਤੇ ਨੇ ਜਾਂ ਪੁਲਿਸ ਨੂੰ ਇਹ ਸਾਰਾ ਕੁਝ ਖੁੱਲ੍ਹੇਆਮ ਛੱਡਿਆ ਨਾ, ਤੇ ਇਹਦੇ 'ਚ ਕਿਸੇ ਹੋਰ ਦਾ ਦੋਸ਼ ਥੋੜ੍ਹਾ ਹੈ, ਇਹ ਰਾਜਨੀਤਿਕ ਲੋਕਾਂ ਦਾ ਹੀ ਦੋਸ਼ ਹੈ। ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਭਾਜਪਾ, ਚਾਹੇ ਕੋਈ ਵੀ ਸਰਕਾਰ ਹੈ। ਜੇ ਤੁਸੀਂ ਉਹਨਾਂ ਨੂੰ ਖੁੱਲ੍ਹਿਆਂ ਛੱਡਿਆ ਤਾਂ ਹੀ ਹੈ। ਹੁਣ ਸਾਰਾ ਜਿਹੜਾ ਪੁਲਿਸ ਪ੍ਰਸ਼ਾਸਨ ਆਮ ਜਨਤਾ ਤੋਂ ਜੇ ਇਹਦੀ ਜਿਹੜੀ ਰਾਏ ਲੈ ਲਈ ਜਾਵੇ ਨਾ, ਜਿਹਨੂੰ ਆਪਾਂ ਕਹਿ ਦਿੰਦੇ ਕਿਤੇ ਲੋਕ ਰਾਏ ਨੂੰ ਬਣਾਉਣਾ ਹੋਵੇ, ਤਾਂ ਮੇਰਾ ਖਿਆਲ ਆ ਪੁਲਿਸ ਦੇ ਖਾਤੇ 'ਚ ਸਿਰਫ ਤੇ ਸਿਰਫ ਜਿਹੜੇ 5 ਜਾਂ 4 ਨੰਬਰ ਹੀ ਆਉਣਗੇ। ਕਿਉਂਕਿ ਜ਼ਮੀਨੀ ਜਿਹੜੀ ਪੱਧਰ ਦੀ ਜਿਹੜੀ ਹਕੀਕਤ ਹੈ ਨਾ, ਉਹ ਬਹੁਤ ਵੱਖਰੀ ਕਿਸਮ ਦੀ ਹੈ। ਇਹ ਰਾਜਨੀਤਿਕ ਲੋਕਾਂ ਨੂੰ ਪਤਾ ਹੈ ਔਰ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਉਹ ਥਾਣਿਆਂ ਦੇ ਵਿੱਚ ਜਾ ਕੇ ਸਮਝੌਤੇ ਕਰਾਉਂਦੇ ਨੇ ਲੈਣ ਦੇਣ ਕਰਕੇ। ਕਦੇ ਵੀ ਕੋਈ ਸੱਚਾਈ ਨਾਲ ਕੋਈ ਫੈਸਲਾ ਨਹੀਂ ਹੋਇਆ। ਤੇ ਜੇ ਅੱਜ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਨ੍ਹਾਂ ਨੇ ਖੁਦ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿੱਤੇ, ਇੰਨੀ ਖੁੱਲ੍ਹੀ ਛੱਡਤਾ, ਅੱਜ ਉਹੀ ਬੰਦੇ ਉਸ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਚਿੰਨ੍ਹ ਬਣੇ ਹੋਏ ਨੇ। ਉਹੀ ਉਹਨਾਂ ਤੇ ਦੋਸ਼ ਲਾ ਰਹੇ ਨੇ। ਅਜੇ ਪਬਲਿਕ ਤੇ ਦੋਸ਼ ਨਹੀਂ ਲਾ ਰਹੀ। ਜਿਹੜੀ ਪਬਲਿਕ ਜਿਹੜੀ ਹੈ ਜਦੋਂ ਧਰਨੇ ਤੇ ਰੈਲੀਆਂ ਤੇ ਮੁਜ਼ਾਹਰੇ ਹੁੰਦੇ ਨੇ, ਉਹ ਪੁਲਿਸ ਦੀਆਂ ਜੁੱਤੀਆਂ ਖਾਂਦੇ ਨੇ, ਡੰਡੇ ਖਾਂਦੇ ਨੇ, ਧੀਆਂ ਭੈਣਾਂ ਨੂੰ ਫੜ ਕੇ ਗੁੱਤਾਂ ਤੋਂ ਘਸੀਟਿਆ ਜਾਂਦਾ ਸੜਕਾਂ ਦੇ ਉੱਤੇ। ਇਹ ਸਾਰਾ ਕੁਝ ਜਿਹੜਾ ਪੁਲਿਸ ਕਰਦੀ ਹੈ, ਇਹ ਸਿਰਫ ਰਾਜਨੀਤਿਕ ਲੋਕਾਂ ਦੇ ਇਸ਼ਾਰੇ ਤੇ ਕਰਦੀ ਆ। ਮੈਂ ਇੱਕ ਗੱਲ ਜ਼ਰੂਰ ਪ੍ਰਸ਼ਾਸਨ ਨੂੰ ਜ਼ਰੂਰ ਕਹੂੰਗਾ, ਪੁਲਿਸ ਪ੍ਰਸ਼ਾਸਨ ਨੂੰ, ਵੀ ਤੁਹਾਡੇ ਜਿਹੜੇ ਬਿਆਨ ਆਏ ਜਿਹਦੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਜਾਂ ਆਪਣੇ ਇਹਨਾਂ ਨੇ ਸੁਖਬੀਰ ਬਾਦਲ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕੁਝ ਸ਼ਬਦ ਬੋਲੇ ਜਾਂ ਕਿਸੇ ਨੂੰ ਕੋਈ ਘਟੀਆ ਕੰਮ ਗੱਲ ਕਹੀ, ਬਹੁਤ ਨਿੰਦਣਯੋਗ ਹੈ। ਪਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਉਹਨਾਂ ਦੇ, ਜੇ ਤੁਸੀਂ ਮੁਲਾਜ਼ਮ ਹੋ, ਕਰਮਚਾਰੀ ਹੋ, ਤੇ ਜਿਸ ਵੇਲੇ ਤੁਸੀਂ ਆਪ ਰੈਲੀਆਂ, ਧਰਨਿਆਂ ਤੇ ਸ਼ਾਂਤਮਈ ਅੰਦੋਲਨਾਂ ਦੇ ਉੱਤੇ ਧੀਆਂ ਭੈਣਾਂ ਦੀਆਂ ਇੱਟਾਂ ਰੋਲਦੇ ਜੇ, ਉਸ ਵੇਲੇ ਤੁਸੀਂ ਕਦੀ ਰਾਜਨੀਤਿਕ ਲੋਕਾਂ ਦੇ ਕਹੇ ਅਨੁਸਾਰ ਕਿਉਂ ਕਰਦੇ ਜੇ? ਤੁਸੀਂ ਘੱਟੋ ਘੱਟ ਆਪਣੀ ਜ਼ਿੰਮੇਵਾਰੀ ਸਮਝੋ, ਡਿਊਟੀ ਸਮਝੋ ਵੀ ਭਾਈ ਇਹ ਰਾਜਨੀਤਿਕ ਲੋਕ ਤੇ ਆਪਾਂ ਨੂੰ ਹੁਕਮ ਦੇ ਕੇ ਆਪ ਲਾਂਭੇ ਹੋ ਜਾਂਦੇ ਨੇ, ਤੇ ਅਸੀਂ ਆਪਣੀਆਂ ਹੀ ਭੈਣਾਂ ਨੂੰ ਕੁੱਟ ਰਹੇ ਹਾਂ, ਆਪਣੀਆਂ ਹੀ ਮਾਵਾਂ ਨੂੰ ਕੁੱਟ ਰਹੇ ਹਾਂ, ਆਪਣੇ ਭਰਾਵਾਂ ਦੀ ਇੱਜ਼ਤ ਜਿਹੜੀ ਆ ਰੋਲ ਰਹੇ ਹਾਂ। ਸੋ ਸਾਨੂੰ ਘੱਟੋ ਘੱਟ ਆਪਣੇ ਡਿਪਾਰਟਮੈਂਟ ਕੀ ਸੋਚ ਸਮਝ ਕੇ ਸ਼ਾਂਤਮਈ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਖੇੜਿਆ ਜਾ ਸਕਦਾ, ਸਮਝਾਇਆ ਜਾ ਸਕਦਾ। ਕਿਉਂਕਿ ਜੇ ਉਹ ਰੈਲੀਆਂ ਜਾਂ ਧਰਨੇ ਜਾਂ ਮੁਜ਼ਾਹਰੇ ਕਰਦੇ ਨੇ ਤਾਂ ਕੋਈ ਆਪਣੇ ਨਿੱਜੀ ਖੇਤਰ ਲਈ ਥੋੜ੍ਹੇ ਕਰਦੇ ਨੇ ਵੀ ਜਿਹੜਾ ਮੇਰੇ ਮੁੰਡੇ ਨੌਕਰ ਦੇ ਦਿਓ। ਉਹ ਤਾਂ ਸਮੁੱਚੇ ਸਮਾਜ ਦੀ ਇੱਕ ਰੀਪ੍ਰਜੈਂਟੇਟਿਵ ਹੈ, ਉਹ ਇੱਕ ਨੁਮਾਇੰਦਗੀ ਕਰ ਰਹੇ ਹੁੰਦੇ ਨੇ। ਜੇ ਕੋਈ ਜਿਵੇਂ ਤਨਖਾਹ ਕਮਿਸ਼ਨ ਦਾ ਮੁਲਾਜ਼ਮਾਂ ਨੂੰ ਫਾਇਦਾ ਹੋਊਗਾ ਤਾਂ ਪੁਲਿਸ ਨੂੰ ਵੀ ਫਾਇਦਾ ਹੋਊਗਾ। ਜੇ ਪੁਲਿਸ ਨੂੰ, ਜੇ ਬਾਕੀਆਂ ਨੂੰ ਭੱਤੇ ਮਿਲਣਗੇ ਤਾਂ ਪੁਲਿਸ ਨੂੰ ਵੀ ਭੱਤੇ ਮਿਲਣਗੇ। ਜੇ ਬਾਕੀਆਂ ਦੀ ਨੌਕਰੀ ਸੁਰੱਖਿਅਤ ਰਹੂਗੀ ਤਾਂ ਪੁਲਿਸ ਦੀ ਸੁਰੱਖਿਅਤ ਵੀ ਰਹੂਗੀ। ਸੋ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਜਿੰਨੀ ਅੱਜ ਭਾਵਕ ਹੋਈ ਹੈ ਉਹਨਾਂ ਦੋ ਬਿਆਨਾਂ ਤੇ, ਜੇ ਇਹੀ ਗੱਲ ਨੂੰ ਸਮਝ ਕੇ ਪ੍ਰਸ਼ਾਸਨ ਆਪਣੀ ਸੁਧਾਰ ਕਰ ਲੇ, ਲੋਕਾਂ ਨਾਲ ਪਿਆਰ ਤੇ ਮੁਹੱਬਤ ਬਣਾ ਲੇ। ਕਈ ਵਾਰ ਤੁਸੀਂ ਮੁਹਿੰਮਾਂ ਵੀ ਚਲਾਈਆਂ ਨੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਵੀ ਪੁਲਿਸ ਤੇ ਲੋਕਾਂ ਦਾ ਉਹ ਜਿਹੜਾ ਉਹ ਸੈਮੀਨਾਰ ਕਰਾਉਂਦੇ ਰਹੇ ਹੋ, ਸੜਕਾਂ ਦੇ ਉੱਤੇ ਬਹੁਤ ਵੱਡੇ ਬੈਨਰ ਲਾ ਕੇ ਤਾਲਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਹੋ। ਪਰ ਇਹਨੂੰ ਸਹੀ ਢੰਗ ਨਾਲ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਵੇਖੋ ਵੀ ਕਿਵੇਂ ਜਿਹੜੀ ਪੁਲਿਸ ਆ ਉਹ ਕੰਮ ਕਰਦੀ ਹੈ। ਸੋ ਇਸ ਕਰਕੇ ਜੇ ਪੁਲਿਸ ਥੱਲੜੇ ਲੋਕਾਂ ਦੇ ਨਾਲ ਟੇਮ ਕਰਕੇ, ਮੇਲ ਕਰਕੇ, ਜਿਵੇਂ ਕਿ
ਦੁਨੀਆ ਪੱਧਰ ਦੀਆਂ ਹੋਰ ਪੁਲਿਸਾਂ ਵੀ ਨੇ, ਤੁਸੀਂ ਖੁਦ ਅਫਸਰ ਹੋ ਕੇ ਉਹਨਾਂ ਥਾਵਾਂ ਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਮੁਲਾਂਕਣ ਕਰਨ ਜਾਂਦੇ ਹੋ ਵੀ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਤੇ ਸਾਡੇ ਪੁਲਿਸ ਪ੍ਰਸ਼ਾਸਨ 'ਚ ਕਿੱਥੇ ਨੁਕਸ ਨੇ, ਕੀ ਪ੍ਰਾਪਤੀਆਂ ਨੇ, ਤੇ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਜੇ ਉੱਥੇ ਕੋਈ ਇਨਵੈਸਟੀਗੇਟ ਕੇਸ ਹੁੰਦਾ ਤੇ ਬੜੇ ਪ੍ਰਾਪਰ ਢੰਗ ਨਾਲ ਹੁੰਦਾ, ਬੰਦੇ ਨੂੰ ਇਨਵੈਸਟੀਗੇਟ ਕੀਤਾ ਜਾਂਦਾ। ਔਰ ਕੱਲ ਦੀ ਗੱਲ ਆ, ਬਹੁਤੀ ਦੂਰ ਨਹੀਂ ਜਾਂਦੇ, ਉਹ ਮਲਤਾਨੀ ਦੇ ਕੇਸ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਖਲਾਅ ਪੈਦਾ ਹੋ ਗਿਆ ਔਰ ਉੱਥੋਂ ਜਿਹੜੇ ਬਾਹਰੋਂ ਟੈਲੀਵਿਜ਼ਨਾਂ ਤੋਂ ਜਾਂ ਮੀਡੀਆ ਦੇ ਉੱਤੇ ਖਬਰਾਂ ਆ ਰਹੀਆਂ ਵੀ ਕੱਲ ਡੀਜੀਪੀ ਨੇ ਐਡਾ ਵੱਡਾ ਝੂਠ ਮਾਰਿਆ ਵੀ ਜਿਹੜਾ ਮਲਤਾਨੀ ਹੈ ਉਹ ਉੱਥੇ ਜਰਮਨੀ ਦੇ ਵਿੱਚ ਗ੍ਰਿਫਤਾਰ ਹੋ ਗਿਆ ਔਰ ਉਹ ਸ਼ਰੇਆਮ ਕਹਿ ਰਿਹਾ ਮੈਂ ਆਪਣੇ ਘਰ ਬੈਠਾ, ਮੈਨੂੰ ਤੇ ਕਿਸੇ ਨੇ ਗ੍ਰਿਫਤਾਰ ਹੀ ਨਹੀਂ ਕੀਤਾ। ਔਰ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ। ਸੋ ਕਹਿਣ ਦਾ ਭਾਵ ਹੈ ਰਾਜਨੀਤਿਕ ਲੋਕਾਂ ਦੇ ਕਹੇ ਅਨੁਸਾਰ ਸਾਡਾ ਪ੍ਰਸ਼ਾਸਨ, ਜਿਹੜੇ ਪ੍ਰਸ਼ਾਸਨਿਕ ਅਹੁਦੇ, ਚਾਹੇ ਕੋਈ ਵੀ ਹੈ, ਚਾਹੇ ਡੀਸੀ ਹੈ, ਚਾਹੇ ਕੋਈ ਐਸਐਸਪੀ ਹੈ, ਚਾਹੇ ਕੋਈ ਹੋਰ ਮਹਿਕਮੇ ਦੇ ਪ੍ਰਸ਼ਾਸਨ ਦੇ ਲੋਕ ਨੇ, ਘੱਟੋ ਘੱਟ ਆਪਾਂ ਇੱਕ ਸਰਕਾਰੀ 58 ਸਾਲ ਤੱਕ ਸਰਕਾਰ ਦੀ ਨੌਕਰੀ ਕਰਨੀ ਹੈ। ਪਰ ਇਹ ਨਹੀਂ ਵੀ ਅਸੀਂ ਸਰਕਾਰ ਨੂੰ ਨੌਕਰੀ ਕਰਦੇ ਕਰਦੇ ਆਪਣੇ ਫਰਜ਼ਾਂ ਨੂੰ ਭੁੱਲ ਜਾਈਏ, ਆਪਣੀ ਡਿਊਟੀਆਂ ਨੂੰ ਭੁੱਲ ਜਾਈਏ, ਆਪਾਂ ਗਲਤੀਆਂ ਕਰਦੇ ਰਹੀਏ। ਗਲਤੀਆਂ ਦਾ ਅਹਿਸਾਸ ਜਦੋਂ ਵੀ ਇਹ ਮੌਕਾ ਪ੍ਰਸਤ ਲੋਕ ਨੇ, ਰਾਜਨੀਤਿਕ ਲੋਕ, ਜਦੋਂ ਤੱਕ ਇਹਨਾਂ ਦੇ ਆਪਣੇ ਹਿੱਤ ਨੇ, ਜਿੰਨਾ ਤੱਕ ਇਹਨਾਂ ਦੇ ਹਿੱਤਾਂ ਲਈ ਆਪਾਂ ਕੰਮ ਕਰਦੇ ਰਹਾਂਗੇ ਤਦ ਤੱਕ ਤੇ ਸਾਡੀ ਪਿੱਠ ਠੋਕਦੇ ਰਹਿਣਗੇ। ਔਰ ਜਦੋਂ ਵੀ ਕਿਤੇ ਸਾਡੇ ਕੋਲ ਮਾੜੀ ਮੋਟੀ ਵੀ ਕਿਤੇ ਕੁਤਾਹੀ ਹੋ ਗਈ, ਗਲਤੀ ਹੋ ਗਈ ਤੇ ਇਹਨਾਂ ਨੇ ਸਾਨੂੰ ਨਹੀਂ ਬਖਸ਼ਣਾ। ਉਦੋਂ ਸਾਨੂੰ ਆਪਣੇ ਕਾਨੂੰਨਾਂ ਤੇ ਜਿਹੜੇ ਸਾਡੇ ਡਿਪਾਰਟਮੈਂਟ ਦੇ ਕਾਨੂੰਨ ਬਣੇ ਨੇ ਉਹਨਾਂ 'ਚ ਉਲਝਾ ਕੇ ਸਾਡਾ ਨੁਕਸਾਨ ਕਰ ਦੇਣਾ। ਸੋ ਇਸ ਕਰਕੇ ਇਹ ਮੈਂ ਸਮਝਦਾ ਵੀ ਜਿਹੜੇ ਇਹ ਇੱਦਾਂ ਦੇ ਪੁੱਠੇ ਸਿੱਧੇ ਜਿਹੜੇ ਬਿਆਨ ਹੈ ਇਹ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਸੀ, ਉਦੋਂ ਵੀ ਪੁਲਿਸ ਪੈਸੇ ਲੈਂਦੀ ਸੀ, ਉਦੋਂ ਵੀ ਸਿਫਾਰਿਸ਼ ਚੱਲਦੀ ਸੀ, ਉਦੋਂ ਵੀ ਭਤੀਆ ਭਰਾ ਭਤੀਜਾਵਾਦ ਸੀ, ਤੇ ਅੱਜ ਕਾਂਗਰਸ ਦੇ ਰਾਜ ਦੇ ਵਿੱਚ ਵੀ ਉਹੀ ਕੁਛ ਹੈ ਜੋ ਪਹਿਲਾਂ ਸੀ। ਸੋ ਇਹ ਰਾਜਨੀਤਿਕ ਲੋਕ ਜਿਹੜੇ ਨੇ ਗਿੱਲ ਸਾਹਿਬ, ਇਹਨਾਂ ਦਾ ਕੋਈ ਕਿਰਦਾਰ ਜਾਂ ਕੋਈ ਇਹ ਕੁਛ ਨਹੀਂ, ਇਹ ਮੌਕਾ ਪ੍ਰਸਤ ਨੇ। ਮੈਂ ਤੇ ਕਹਿੰਦਾ ਵੀ ਹਿੰਦੁਸਤਾਨ ਦੇ ਲੈਵਲ ਦੇ ਉੱਤੇ ਅੱਜ ਕਿਸੇ ਵੀ ਕਿਸਮ ਦੇ ਰਾਜਨੀਤਿਕ ਨੇਤਾ ਦੀ ਕੋਈ ਕਮਿਟਮੈਂਟ ਨਹੀਂ ਹੈ। ਥੋੜਾ ਜਿਹਾ ਆਪਾਂ ਪਿੱਛੇ ਚੱਲਦੇ ਹਾਂ, 1947 ਤੋਂ ਪਹਿਲਾਂ ਦੀਆਂ ਜਿਹੜੀਆਂ ਜੰਗਾਂ ਹੋਈਆਂ, ਲੜਾਈਆਂ ਹੋਈਆਂ, ਉਸ ਵੇਲੇ ਜਥੇਬੰਦੀਆਂ ਜਿਹੜੀਆਂ ਇੱਕ ਪਰਪੱਕ ਸੀ, ਚਾਹੇ ਉਹ ਗਦਰ ਪਾਰਟੀ ਸੀ, ਚਾਹੇ ਉਹ ਬੱਬਰ ਅਕਾਲੀਆਂ ਦੀ ਸੀ, ਚਾਹੇ ਉਹ ਮਤਲਬ ਸਾਡੇ ਗੁਰਦੁਆਰਾ ਪ੍ਰਬੰਧਕ ਜਿਹੜੀ ਮਤਲਬ ਸੁਧਾਰ ਕਮੇਟੀਆਂ ਸੀ, ਜਾਂ ਜਿੰਨੀਆਂ ਵੀ ਹੋਰ ਜਿਨ੍ਹਾਂ ਨੇ 1947 ਦੇ ਜਾਂ 1857 ਦੇ ਜੋ ਮਤਲਬ ਯੁੱਧ ਤੋਂ ਬਾਅਦ, ਵਿਦਰੋਹ ਤੋਂ ਬਾਅਦ ਜਿੰਨੀਆਂ ਵੀ ਜਥੇਬੰਦੀਆਂ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ, ਉਹਨਾਂ ਦੇ ਅੰਦਰ ਕਦੇ ਵੀ ਇੱਦਾਂ ਦੀ ਬੁਖਲਾਹਟ ਪੈਦਾ ਨਹੀਂ ਸੀ ਹੋਈ। ਇੱਕ ਵਿਸ਼ਵਾਸ ਬਣਾ ਕੇ ਚੱਲੇ ਸੀ। ਜੇ ਕਦੇ ਵੀ ਕਿਸੇ ਵੀ ਟੀਮ ਨੇ ਇੱਕ ਮੈਮੋਰੰਡਮ ਪਾ ਦੇਣਾ, ਇੱਕ ਫੈਸਲਾ ਪਾ ਦੇਣਾ, ਤੇ ਉਸ ਫੈਸਲੇ ਦੇ ਖਿਲਾਫ ਜਾਂ ਉਹਦੇ ਖਿਲਾਫ ਕੋਈ ਇਹ ਨਹੀਂ ਸੀ ਕਿਸੇ ਨੂੰ ਪਾਵਰ ਕਿ ਉਹ ਬੰਦਾ ਵੱਖ-ਵੱਖ ਥਾਵਾਂ ਤੇ ਜਾ ਕੇ ਬਿਆਨ ਦੇਵੇ ਜਾਂ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੀ ਰਾਏ ਰੱਖੇ। ਹਾਂ, ਰਾਏ ਰੱਖਣੀ ਹੁੰਦੀ ਸੀ ਉਸ ਵੇਲੇ ਜਦੋਂ ਕਿ ਕਮੇਟੀਆਂ ਦੀ ਮੀਟਿੰਗ ਹੁੰਦੀ ਸੀ, ਜਿਹਨੂੰ ਜਮਹੂਰੀਅਤਵਾਦ ਕਹਿੰਦੇ ਅਸੀਂ। ਉਸ ਜਮਹੂਰੀਅਤ ਦਾ ਫਾਇਦਾ ਇਹ ਹੁੰਦਾ ਸੀ ਵੀ ਤੁਸੀਂ ਇੱਕ ਖੁੱਲੇ ਆਪਣੀ ਕਮੇਟੀ ਦੇ ਵਿੱਚ ਗੱਲ ਰੱਖ ਸਕਦੇ ਹੋ, ਆਪਣਾ ਵਿਰੋਧ ਰੱਖ ਸਕਦੇ ਹੋ, ਤਾਂ ਕਿ ਇਸ ਗੱਲ ਤੇ ਫੈਸਲਾ ਲੈ ਲਿਆ ਜਾਏ ਵੀ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਸਾਡੀ ਨੱਕ ਦੀ ਲਕੀਰ ਵਾਂਗੂ ਸਾਫ਼ ਹੋਏਗਾ ਔਰ ਸਮੁੱਚਾ ਹੋਏਗਾ। ਔਰ ਕੇਂਦਰੀਵਾਦ ਲਾਗੂ ਕਰਦੇ ਸੀ ਵੀ ਜੋ ਫੈਸਲਾ ਕੀਤਾ ਗਿਆ ਇਸ ਫੈਸਲੇ ਨੂੰ ਹੂ ਬਹੂ ਲਾਗੂ ਕੀਤਾ ਜਾਏਗਾ, ਕੋਈ ਵੀ ਬੰਦਾ ਇਹਦੇ ਖਿਲਾਫ ਜਿਹੜਾ ਉਹ ਨਹੀਂ ਭੁਗਤੇਗਾ। ਸੋ ਅੱਜ ਕੋਈ ਕਮੇਟੀਆਂ ਦਾ ਆਧਾਰ ਹੀ ਨਹੀਂ ਹੈ। ਅੱਜ ਇੱਕ ਨਵੀਂ ਮੈਂ ਸੁਣ ਰਿਹਾ ਸੀ ਇੱਕ ਵੀਡੀਓ ਫਤਿਹ ਜੰਗ ਸਿੰਘ ਬਾਜਵੇ ਦੀ। ਫਤਿਹ ਜੰਗ ਸਿੰਘ ਬਾਜਵਾ ਇਸ ਕਰਕੇ ਕਹਿੰਦਾ ਮੈਂ ਆਪਣੀ ਕਾਂਗਰਸ ਚੋਂ ਤਾਂ ਬਾਹਰ ਆਇਆ ਕਿ ਕਾਂਗਰਸ ਦੇ ਅੰਦਰ ਉਹ ਅਸੂਲ ਤੇ ਰੂਲ ਨਹੀਂ ਰਹੇ, ਬੁਨਿਆਦੀ ਆਪਣੀਆਂ ਜਿਹੜੀਆਂ ਮੰਗਾਂ ਮਸਲੇ ਸੀ ਉਤੋਂ ਉਹ ਲਾਂਭੇ ਚਲੇ ਗਏ ਨੇ। ਹੁਣ ਉਹਨਾਂ 'ਚ ਕਿਰਦਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਸੋ ਇਹ ਲੋਕਾਂ ਦੇ ਪੰਜਾਬ ਦੇ ਮਸਲੇ ਨੂੰ ਨਹੀਂ ਮੰਨ ਸਕਦੇ, ਜਿਹਦੇ ਰੋਸ ਵਜੋਂ ਜਦੋਂ ਅਸੀਂ ਵੇਖਿਆ ਕਿ ਅਸੀਂ ਆਜ਼ਾਦੀ ਘੁਲਾਟੀਏ ਆ, 50-50 ਸਾਲ ਸਾਡੇ ਪਿਓ ਨੇ ਤੇ 35 ਸਾਲ ਮੈਂ ਕੰਮ ਕੀਤਾ, ਸੋ ਇਹਦੇ ਬਦਲ 'ਚ ਮੈਨੂੰ ਕੁਝ ਨਹੀਂ ਮਿਲਿਆ। ਸੋ ਇਹ ਵਿਰੋਧ ਕਰਕੇ ਉਹ ਉਹਨਾਂ ਥਾਵਾਂ ਤੇ ਚਲੇ ਗਏ ਨੇ ਜਿੱਥੇ ਜਿਨ੍ਹਾਂ ਨੂੰ 35 ਸਾਲ ਉਹ ਗਾਲਾਂ ਕੱਢਦੇ ਰਹੇ ਨੇ। 35 ਸਾਲ ਹਿੰਦੂ ਤੇ ਉਹ ਰਾਸ਼ਟਰਵਾਦ ਦੀ ਗੱਲ ਕਰਕੇ ਉਹ ਨਿੰਦ ਦੇ ਪੁੱਟਦੇ ਰਹੇ ਨੇ। ਇਹ ਕੋਈ ਰੂਲ ਨਹੀਂ ਹੈ, ਅਸੂਲ ਨਹੀਂ ਹੈ। ਇਹ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਰਾਜਨੀਤਿਕ ਲੋਕ ਜਦੋਂ ਆਪਣੇ ਉਸ ਮਾਂ ਜਮਾਤ ਜਿਹਨੂੰ ਕਹਿ ਦਿੰਦੇ ਆ ਵੀ ਮਾਂ ਪਾਰਟੀ
ਜਦੋਂ ਉੱਥੇ ਉਹਨਾਂ ਦੇ ਮਫਾਦ ਪੂਰੇ ਨਹੀਂ ਹੋਏ, ਲਾਭ ਨਹੀਂ ਮਿਲਿਆ, ਲਾਲਚ ਪੂਰਾ ਨਹੀਂ ਹੋਇਆ, ਤੇ ਇਹ ਗੱਲ ਕਹਿ ਕੇ ਕਿ ਮੈਂ ਦੂਸਰੇ ਦਾ ਪੱਲਾ ਇਸ ਕਰਕੇ ਫੜ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਜੇ ਦੁੱਖ ਦਰਦ ਵੰਡਾ ਸਕਦੀ ਹੈ ਤਾਂ ਭਾਜਪਾ ਹੀ ਵੰਡਾ ਸਕਦੀ ਹੈ। ਦਰਅਸਲ ਜੇ ਸਿੱਖਾਂ ਦਾ ਕੋਈ ਮਸਲਾ ਹੱਲ ਕਰ ਸਕਦੇ ਨੇ, ਜਿੰਨੇ ਵੀ ਹੁਣ ਤੱਕ ਅਦਲਾ ਬਦਲੀ ਹੋਈਆਂ ਨੇ, ਕੋਈ ਕਮਿਟਮੈਂਟ ਨਹੀਂ, ਇੱਕੋ ਹੀ ਸ਼ਬਦ ਕਿ ਮੈਂ ਆਪਣੀ ਘਰ ਵਾਪਸੀ ਚੱਲਿਆ। ਸੋ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਜਿਹੜੇ ਕਈ ਪਾਰਟੀਆਂ ਬਦਲ ਕੇ, ਮੈਂ ਇੱਕ ਅੱਜ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਛੋਟੀ ਜੀ ਕਰ ਲਵਾਂ ਜੀ, ਚਲਦਿਆਂ ਨਵਜੋਤ ਸਿੰਘ ਸਿੱਧੂ ਦੀ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਗੱਲਾਂ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਸਾਬਤ ਹੁੰਦੀਆਂ ਨੇ। ਇਹ ਜਾਣਦਿਆਂ ਹੋਇਆਂ ਵੀ ਕਿ ਨਵਜੋਤ ਸਿੰਘ ਸਿੱਧੂ ਜਿਸ ਪਲੇਟਫਾਰਮ ਤੇ ਕੰਮ ਕਰ ਰਿਹਾ, ਉਸ ਪਲੇਟਫਾਰਮ ਤੇ ਉਹਦੀਆਂ ਗੱਲਾਂ ਔਰ ਉਹਦੇ ਕੰਮ 'ਚ ਬਹੁਤ ਵੱਡਾ ਅੰਤਰ ਹੈ। ਜੋ ਉਹ ਚਾਹੁੰਦਾ ਪੰਜਾਬ ਲਈ ਕਰਨਾ, ਜੋ ਉਹਦੇ ਮਨ 'ਚ ਹੈ, ਪਰ ਜਿਹੜੀ ਟੀਮ ਲੈ ਕੇ ਚੱਲਿਆ ਸੀ ਜਿਸ ਦਿਨ ਇਹਨੇ ਉਹ ਜਿੱਦਣ ਇਹ ਭਾਜਪਾ ਨੂੰ ਛੱਡ ਕੇ ਕਾਂਗਰਸ ਜੁਆਇਨ ਕੀਤੀ ਸੀ ਔਰ ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਾਇਆ ਗਿਆ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦਾ, ਉਸ ਵੇਲੇ ਵੀ ਗੱਲ ਸਪਸ਼ਟ ਆਈ ਸੀ ਵੀ ਜਿਸ ਮੁੱਦੇ ਨੂੰ ਤੂੰ ਲੈ ਕੇ ਆਇਆ, ਜਿਹੜੀ ਟੀਮ ਨੂੰ ਤੂੰ ਨਾਲ ਲੈ ਕੇ ਆਇਆ, ਇਹ ਟੀਮ ਸਾਰੀ ਕਰਪਟ ਹੈ। ਅੱਜ ਖਾਸ ਸਪਸ਼ਟ ਵੀ ਹੋ ਗਿਆ ਵੀ ਮਾਲਵੇ ਦੇ ਉਹ ਐਮਐਲਏ ਜਾਂ ਦੁਆਬੇ ਦੇ ਉਹ ਐਮਐਲਏ 5-5 ਹਜ਼ਾਰ ਰੁਪਇਆ ਲੋਕਾਂ ਕੋਲ ਲੈ ਕੇ ਕੰਮ ਕਰਦੇ ਰਹੇ ਨੇ। ਔਰ ਉਹੀ ਟੀਮ, ਜਿਹੜੀ ਟੀਮ ਦੀ ਤੁਸੀਂ ਅਗਵਾਈ ਕਰ ਰਹੇ ਹੋ, ਉਹ ਟੀਮ ਸਾਰੀ ਕਰਪਟ ਹੈ। ਫਿਰ ਤੁਸੀਂ ਕਿਵੇਂ ਕਹੋਗੇ ਕਿ ਪੰਜਾਬ ਦੇ ਲੋਕਾਂ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ, ਸੁਧਾਰ ਨਹੀਂ ਹੋ ਸਕਦਾ? ਇਹਦੇ ਪਿੱਛੇ ਕਾਰਨ ਕੀ ਹੈ? ਪੰਜਾਬ ਨੂੰ ਤੁਸੀਂ ਖਜ਼ਾਨੇ ਖਾਲੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਤੁਹਾਡੇ ਮੰਤਰੀਆਂ ਦੀ ਹੈ। ਹਾਂ, ਕੋਈ ਵਿਰੋਧੀ ਧਿਰ ਜਿਨੇ ਅਜੇ ਤੱਕ ਸਰਕਾਰ ਨਹੀਂ ਚਲਾਈ, ਅਕਾਲੀ ਦਲ ਨੂੰ, ਭਾਜਪਾ ਨੂੰ ਤੇ ਕਾਂਗਰਸ ਨੂੰ ਛੱਡ ਕੇ, ਉਹ ਧਿਰ ਕਿਸਾਨ ਜਥੇਬੰਦੀਆਂ, ਉਹ ਧਿਰ ਜਿਹੜੀ ਮੁਲਾਜ਼ਮ ਜਥੇਬੰਦੀਆਂ, ਜਾਂ ਉਹ ਧਿਰਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ, ਜਾਂ ਹੋਰ ਪੱਤਰਕਾਰ, ਜਰਨਲਿਸਟ, ਇਹ ਦੋਸ਼ ਤਾਂ ਜ਼ਰੂਰ ਲਾ ਸਕਦੇ, ਉਹਨਾਂ ਨੂੰ ਹੱਕ ਹੈ ਕਿ ਪੰਜਾਬ ਦੇ ਲੋਕਾਂ ਦੀ ਦੁਰਦਸ਼ਾ ਜਿਹੜੀ ਹੈ ਰਾਜਨੀਤਿਕ ਲੋਕਾਂ ਨੇ ਕੀਤੀ ਹੈ। ਇਹ ਦੋਸ਼ ਤੇ ਲਾ ਸਕਦੇ ਨੇ ਜੇ ਪੰਜਾਬ ਦਾ ਸੁਧਾਰ ਅਜੇ ਤੱਕ ਨਹੀਂ ਹੋਇਆ, ਇਹਦੇ ਪਿੱਛੇ ਰਾਜਨੀਤਿਕ ਲੋਕ ਨੇ। ਪਰ ਸਿੱਧੂ ਸਾਹਿਬ ਤੁਸੀਂ ਨਹੀਂ ਲਾ ਸਕਦੇ, ਤੁਸੀਂ 15 ਸਾਲ ਹੋ ਗਏ ਨੇ ਇਸੇ ਵਜ਼ਾਰਤ 'ਚ, ਇਸੇ ਰਾਜਨੀਤਿਕ ਵਿੱਚੋਂ। ਉਦੋਂ ਤੱਕ ਤੁਹਾਡਾ ਜਿਹੜਾ ਪੰਜਾਬ ਮਾਡਲ ਹੈ ਉਹ ਪੇਸ਼ ਨਹੀਂ ਹੋਇਆ। ਅੱਜ ਜੋ ਬਿੱਟੀ ਆਪਣਾ ਜਿਹੜਾ ਰਵਨੀਤ ਬਿੱਟੂ ਹੈ, ਔਰ ਬਿੱਟੂ ਨੇ ਵੀ ਇਹ ਟੌਂਚ ਕੀਤੀ ਸੀ ਕਿ ਜਿਸ ਪੰਜਾਬ ਮਾਡਲ ਦੀ ਗੱਲ ਕੀਤੀ ਜਾਂਦੀ ਹੈ, ਭਾਜਪਾ ਜਿਹੜਾ ਕਿ ਲਾਗੂ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ? ਹਾਂ, ਫਾਇਦਾ ਇਹ ਸੀ ਜੇ ਨਵਜੋਤ ਸਿੰਘ ਸਿੱਧੂ ਜੀ ਜਿਹੜੀਆਂ ਗੱਲਾਂ ਤੁਸੀਂ ਅੱਜ ਕਰ ਰਹੇ ਹੋ, ਜਿਹਦੇ ਕਰਕੇ ਤੁਸੀਂ ਕਾਂਗਰਸ ਦੇ ਵਿੱਚ ਨਵਾਂ ਸਿਆਪਾ ਖੜਾ ਕੀਤਾ ਹੋਇਆ, ਕਾਂਗਰਸ ਨੂੰ ਵੀ ਇਕੱਠਿਆਂ ਹੋਣ ਦਾ ਇੱਕ ਮੌਕਾ ਨਹੀਂ ਦਿੱਤਾ ਗਿਆ। ਚੰਗਾ ਹੁੰਦਾ ਜੇ ਇਹ ਸਾਰੇ ਲੁਟੇਰੇ, ਇਹ ਸਾਰੇ ਰਾਜਨੀਤਿਕ ਲੋਕ ਜਿਨ੍ਹਾਂ ਦੇ ਤੁਸੀਂ ਟੌਂਚ ਕਰਦੇ ਹੋ, ਇਹਨਾਂ ਨੂੰ ਤੁਸੀਂ ਰਿਸ਼ਵਤਖੋਰ ਸਮਝਦੇ ਹੋ, ਇਹਨਾਂ ਨੂੰ ਤੁਸੀਂ ਬੇਈਮਾਨ ਸਮਝਦੇ ਹੋ, ਇਹਨਾਂ ਨੇ ਪੰਜਾਬ ਦੇ ਨੂੰ ਘਾਣ ਕੀਤਾ, ਇਹਨਾਂ ਪੰਜਾਬ ਨੂੰ ਲੁੱਟਿਆ ਕੁੱਟਿਆ, ਖਜ਼ਾਨਾ ਖਾਲੀ ਕੀਤਾ। ਚੰਗਾ ਹੁੰਦਾ ਜੇ ਤੁਸੀਂ ਵੱਖਰੀ ਪਾਰਟੀ ਬਣਾ ਕੇ ਇੱਕ ਵੱਖਰੀ ਗੱਲ ਕਰਦੇ ਹੋ। ਤੁਸੀਂ ਕਿਹਨੂੰ ਦੋਸ਼ ਦਿੰਦੇ ਹੋ? ਉਹਨੂੰ ਜਿਸ ਸਰਕਾਰ ਦੇ ਵਿੱਚ ਤੁਸੀਂ ਹਿੱਸੇਦਾਰ ਹੋ 5 ਸਾਲ। ਮੈਂ ਗੱਲ ਕਹੀ ਵੀ ਦੂਜੀਆਂ ਧਿਰਾਂ ਤੇ ਸਰਕਾਰ ਤੇ ਟੌਂਚ ਕਰ ਸਕਦੀਆਂ ਕਿਉਂਕਿ ਉਹਨਾਂ ਰਾਜ ਕੀਤਾ ਹੀ ਨਹੀਂ, ਉਹ ਤੇ ਇਲਜ਼ਾਮ ਲਾ ਸਕਦੀਆਂ ਕਿਉਂਕਿ ਉਹ ਰਾਜਨੀਤੀ ਵਿੱਚ ਆਏ ਹੀ ਨਹੀਂ, ਪਰ ਤੁਸੀਂ ਤਾਂ ਰਾਜਨੀਤਿਕ ਦਾ ਕਿ ਹਿੱਸਾ ਜੇ। ਸੋ ਇਹਦੇ ਤੋਂ ਸਾਫ਼ ਯਾਰ ਨਜ਼ਰ ਆਉਂਦੀ ਹੈ ਕਿ ਤੁਸੀਂ ਤੁਹਾਡੀਆਂ ਕਹਿਣੀਆਂ ਤੇ ਕਰਨੀਆਂ ਗੱਲਾਂ 'ਚ ਫਰਕ ਹੈ, ਔਰ ਤੁਹਾਡਾ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਜਿਹੜਾ ਕੱਲ ਤੁਸੀਂ ਬਿਆਨ ਵੀ ਕਰ ਦਿੱਤਾ ਵੀ ਇਹ ਜਿਹੜਾ ਆਉਣ ਵਾਲਾ ਜਿਹੜਾ ਮਤਲਬ ਚੋਣਾਂ ਹੈ, ਇਹਦੇ 'ਚ ਸੀਐਮ ਦਾ ਚਿਹਰਾ ਅਨਾਉਂਸ ਕਰਨਾ ਚਾਹੀਦਾ। ਔਰ ਤੁਹਾਡੇ ਵੱਲੋਂ ਹੀ ਇਹ ਪ੍ਰਪੋਜ਼ਲ ਹੈ, ਔਰ ਤੁਹਾਡੇ ਵੱਲੋਂ ਹੀ ਪ੍ਰਪੋਜ਼ਲ ਸੀ ਵੀ ਅਸੀਂ ਇਹ ਚਿਹਰਾ ਅਨਾਉਂਸ ਨਹੀਂ ਕਰਾਂਗੇ, ਇਹਦੇ 'ਚ ਇੱਕ ਪਰਿਵਾਰ ਨੂੰ ਇੱਕ ਟਿਕਟ, ਔਰ ਦਾਗੀ ਜਿੰਨੇ ਵੀ ਸਾਡੇ ਐਮਐਲਏ ਨੇ ਇਹਨਾਂ ਨੂੰ ਕੋਈ ਟਿਕਟ ਨਹੀਂ ਦਿੱਤੀ ਜਾਊਗੀ। ਔਰ ਛਾਨਣੀ ਲਿਆਓ, ਔਰ ਛਾਨਣੀ ਦੇ ਵਿੱਚ ਇੱਕ ਵੀ ਬੰਦਾ ਭ੍ਰਿਸ਼ਟਾਚਾਰ ਤੋਂ ਬਚ ਜਾਵੇ ਤੇ ਤੁਸੀਂ ਇਹਨੂੰ ਟਿਕਟ ਦੇ ਦਿਓ, ਫਿਰ ਮੰਨਾਂਗੇ ਨਵਜੋਤ ਸਿੰਘ ਸਿੱਧੂ ਵਾਕਈ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਸੁਧਾਰ ਵੱਲ ਵਧ ਰਿਹਾ, ਪੰਜਾਬ ਪ੍ਰਦੇਸ਼ ਕਾਂਗਰਸ ਦਾ ਇੱਕ ਵਧੀਆ ਮਤਲਬ ਪ੍ਰਧਾਨ ਸੀ, ਫਿਰ ਮੰਨਿਆ ਜਾਏਗਾ। ਨਹੀਂ ਤਾਂ ਜੇ ਤੁਸੀਂ ਉਹਨਾਂ ਨੂੰ ਟਿਕਟਾਂ ਦੇਤੀਆਂ ਤੇ ਤੁਸੀਂ ਆਪਣੇ ਕਹੇ ਦੇ ਉੱਤੇ ਕਿਵੇਂ ਪੂਰੇ ਹੋਵੋਗੇ? ਚੰਗਾ ਹੁੰਦਾ ਜੇ ਤੁਸੀਂ ਇਹ ਛੱਡ ਕੇ ਆਪਣਾ ਨਵਾਂ ਬਣਾਉਂਦੇ। ਅਸੀਂ ਕਹਿੰਦੇ ਵੀ ਆਪ ਇਨਕਲਾਬ ਦਾ ਪਹਿਲਾ ਜਿਹੜਾ ਪੌਦਾ ਉਹ ਬੀਜਿਆ ਚੱਲਿਆ, ਤੇ ਅੱਜ ਨਵਜੋਤ ਸਿੰਘ ਸਿੱਧੂ ਇੱਕ ਨਵਾਂ ਪੰਜਾਬ ਮਾਡਲ ਲੈ ਕੇ ਆ ਰਿਹਾ, ਪਰ ਅੱਜ ਨਹੀਂ। ਅੱਜ ਤੁਸੀਂ ਉਸੇ ਟੀਮ ਦੇ
ਉਸੇ ਹੀ ਸਰਕਾਰ ਦੇ, ਉਸੇ ਹੀ ਮੰਤਰੀਆਂ ਦੇ, ਉਹਨਾਂ ਸਾਰਿਆਂ ਦੇ ਇੱਕ ਆਗੂ ਜਿਹੜੇ ਨੇ ਆਉਣ ਵਾਲੀਆਂ 2022 ਦੀਆਂ ਇਲੈਕਸ਼ਨਾਂ ਲੋਕਾਂ ਨੂੰ ਮੂਰਖ ਬਣਾ ਕੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹੋ। ਜੀ ਬਿਲਕੁਲ ਜੀ। ਲਹਿਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੈ, ਜੀ। ਕੱਲ ਸਾਧੂ ਸਿੰਘ ਧਰਮਸੋਤ ਨਾਲ ਗੱਲ ਹੋ ਰਹੀ ਸੀ ਜੀ। ਉਹ ਕਹਿੰਦਾ ਵੀ ਪਿਛਲੇ ਵਾਰ ਮੈਂ ਕਿਹਾ ਸੀ ਕਿ 70 ਸੀਟਾਂ ਲੈ ਕੇ ਜਾਵਾਂਗੇ, 80 ਸੀਟਾਂ ਲੈ ਕੇ। ਇਸ ਵਾਰ ਕਹਿੰਦਾ ਕਾਂਗਰਸ ਪਾਰਟੀ 90 ਸੀਟਾਂ ਲੈ ਕੇ ਜਾਊ, ਕਿਉਂਕਿ ਸਾਡੇ ਪ੍ਰਧਾਨ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਨੇ ਔਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ, ਉਹਨਾਂ ਨੇ ਵੀ ਇੱਕ ਵਾਰੀ ਦਲਿਤ ਸ਼ਬਦ ਯੂਜ਼ ਕੀਤਾ ਵੀ ਦਲਿਤ ਮੁੱਖ ਮੰਤਰੀ ਹੈ। ਖੈਰ ਇਹ ਤਾਂ ਉਹਨੇ ਨਵੇਂ ਪ੍ਰੋਪਰਗੰਡਾ ਬਣਾ ਲਿਆ ਕਿ ਦਲਿਤ ਮੁੱਖ ਮੰਤਰੀ ਹੈ, ਉਹ ਸਾਰੇ ਪਾਸੇ ਤੁਰਿਆ ਫਿਰਦਾ। ਲੇਕਿਨ ਸਾਧੂ ਸਿੰਘ ਧਰਮਸੋਤ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਉੱਤੇ ਵੀ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਦੇ ਘਪਲੇ ਬੋਲਦੇ ਨੇ ਔਰ ਤੁਹਾਡੀ ਵੀ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਸਾਧੂ ਸਿੰਘ ਧਰਮਸੋਤ ਦੀ ਇੱਕ ਵਰਡਿੰਗ ਬੜੀ ਲੱਗੀ ਮੈਨੂੰ। ਉਹ ਕਹਿੰਦਾ ਵੀ ਮੈਂ ਕਾਂਗਰਸੀ ਹਾਂ ਤੇ ਕਾਂਗਰਸੀ ਹੀ ਰਹਾਂਗੇ, ਟਿਕਟ ਮੈਨੂੰ ਮਿਲੇ ਨਾ ਮਿਲੇ। ਹੁਣ ਇਹ 10-12 ਦਿਨਾਂ ਦੇ ਵਿੱਚ ਤੁਹਾਡੇ ਵੀ ਬਿਆਨ ਬਦਲਣ ਵਾਲੇ, ਜਦੋਂ ਤੁਹਾਨੂੰ ਟਿਕਟ ਨਾ ਮਿਲੀ, ਮੰਨ ਲਓ ਜੇ ਤੁਹਾਨੂੰ ਟਿਕਟ ਨਹੀਂ ਮਿਲਦੀ ਤਾਂ ਤੁਸੀਂ ਵੀ ਛਾਲ ਮਾਰਨ ਵਾਲੇ ਹੋ, ਤੁਸੀਂ ਚਿੰਤਾ ਨਾ ਕਰੋ। ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਬੰਜ ਖੜਾ ਹੋਣ ਜਾ ਰਿਹਾ ਹੈ। 5 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ, ਚੋਣਾਂ ਦਾ ਬਿਗਲ ਵਜਾ ਰਹੇ ਨੇ ਔਰ ਪਤਾ ਨਹੀਂ ਉਸ ਦਿਨ ਲਹਿਰ ਸਾਹਿਬ ਕਿਹੜੇ ਬੰਦੇ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ। ਔਰ ਗੱਲ ਮੈਂ ਹੁਣ ਦੀ ਫਤਿਹ ਜੰਗ ਬਾਜਵਾ ਦੀ ਕਰਦਾ। ਅੱਗੇ ਜੀ ਕਾਂਗਰਸ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ। ਫਤਿਹ ਜੰਗ ਬਾਜਵਾ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਟਿਕਟ ਉਹਨੂੰ ਨਹੀਂ ਮਿਲਣੀ, ਕਿਉਂਕਿ ਉਹ ਟਿਕਟ ਜਿੱਥੇ ਮੰਗ ਕਰ ਰਿਹਾ ਸੀ ਉੱਥੇ ਪ੍ਰਤਾਪ ਸਿੰਘ ਬਾਜਵਾ ਆਲਰੇਡੀ ਕਾਬਜ਼ ਹੈ ਔਰ ਆਪਣੇ ਭਰਾ ਦੇ ਨਾਲ ਤੇ ਨਹੀਂ ਬਣੀ। ਪ੍ਰਤਾਪ ਸਿੰਘ ਬਾਜਵਾ ਦਾ ਤੁਹਾਡਾ ਸਕਾ ਭਰਾ ਹੈ, ਉਹਦੇ ਨਾਲ ਤੁਹਾਡਾ ਸ਼ਕਤੀ ਦਾ ਅੰਕੜਾ ਹੈ। ਜਿਸ ਬੰਦੇ ਦਾ ਘਰ ਦੇ ਵਿੱਚ ਅਸਲ ਸਲੂਕ ਨਹੀਂ ਲਹਿਰ ਸਾਹਿਬ, ਉਹ ਬਾਹਰ ਲੋਕਾਂ ਦਾ ਕੀ ਅਸਲ ਸਲੂਕ ਕਰੂਗਾ? ਬਿਲਕੁਲ ਜੀ ਬਿਲਕੁਲ। ਲਾਲਚ ਤੁਹਾਡੇ 'ਚ ਕੁੱਟ-ਕੁੱਟ ਕੇ ਭਰਿਆ ਹੋਇਆ। ਹੁਣ ਆਪਣਾ ਜਗਦੀਪ ਸਿੰਘ ਨਕਈ ਨੇ ਜਿਹੜੇ ਅਕਾਲੀ ਦਲ ਦੇ ਬੰਦੇ ਨੇ, ਹਮਪਾਤੀ ਹੈ ਸੁਖਬੀਰ ਸਿੰਘ ਬਾਦਲ ਦਾ ਬੜਾ ਖਾਸ ਰਿਹਾ, 2 ਵਾਰਾਂ ਵਿਧਾਇਕ ਰਹਿ ਚੁੱਕਾ, 2 ਵਾਰ ਵਿਧਾਇਕ ਵੀ ਰਹਿ ਚੁੱਕਿਆ। ਉਹ ਭਾਜਪਾ ਸ਼ਾਮਲ ਹੋ ਗਿਆ। ਹੁਣ ਲੋਕ ਕਹਿੰਦੇ ਨੇ ਕਰਾਰਾ ਝਟਕਾ ਅਕਾਲੀ ਦਲ ਨੂੰ, ਇਹ 'ਚ ਕਰਾਰਾ ਝਟਕਾ ਕੋਈ ਨਹੀਂ ਹੈ। ਸੁਖਬੀਰ ਬਾਦਲ ਨੂੰ ਪਤਾ ਹੈ, ਉਹਦੇ ਭਰੋਸੇ ਨਾਲ ਉਹ ਬੀਜੇਪੀ ਦੇ ਵਿੱਚ ਗਿਆ ਹੈ। ਇਹ ਬੜੀ ਤਕੜੀ ਬੜੀ ਸਾਰੀ ਸਿਸਟਮੈਟਿਕਲੀ ਗੇਮ ਚੱਲ ਰਹੀ ਹੈ। ਕਿਵੇਂ ਚੱਲ ਰਹੀ ਹੈ ਵੀ ਤੂੰ ਉਧਰ ਚੱਲ ਜਾ, ਮੈਂ ਇੱਧਰ ਰਹਿ ਜਾਣਾ, ਤੂੰ ਉੱਥੋਂ ਖੜਾ ਹੋ ਜੀ, ਮੈਂ ਇੱਥੋਂ ਖੜਾ ਹੋ ਜੂ। ਤੇਰੀ ਸੀਟ ਜਿੱਤ ਗਿਆ ਤਾਂ ਤੂੰ ਮੇਰੇ 'ਚ ਰਲੇਵਾਂ ਕਰ ਲਈ, ਮੇਰੀ ਸੀਟ ਜਿੱਤ ਗਿਆ ਤਾਂ ਮੈਂ ਤੇਰੀ 'ਚ ਰਲੇਵਾਂ ਕਰ ਲੂੰਗਾ। ਆਉਣ ਵਾਲਾ ਸਮਾਂ ਕੀ ਹੋਊਗਾ ਲਹਿਰ ਸਾਹਿਬ, ਸੁਣੋ ਮੇਰੀ ਗੱਲ ਜੀ। ਅਕਾਲੀ ਭਾਜਪਾ ਮਿਲ ਕੇ ਸਰਕਾਰ ਬਣਾਊਗੀ, ਅਕਾਲੀ ਭਾਜਪਾ ਮਿਲ ਕੇ ਸਰਕਾਰ ਬਣਾਊਗੀ। ਨੋਟ ਕਰ ਲਓ, ਡਿਕਟੇਟ ਕਰ ਲਓ, ਕਿਉਂਕਿ ਬਸਪਾ ਦੇ ਵਿੱਚ ਇੰਨਾ ਦਮ ਨਹੀਂ ਹੈ ਕਿ ਉਹ ਸੀਟਾਂ ਕੱਢ ਜੇ। ਕਿਉਂਕਿ ਪਿਛਲੇ ਜੇ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਬਸਪਾ ਦੀ ਬਹੁਜਨ ਸਮਾਜ ਪਾਰਟੀ ਬਹੁਤੀ ਅੱਛੀ ਕਾਰਗੁਜ਼ਾਰੀ ਨਹੀਂ ਰਹੀ ਪੰਜਾਬ ਦੇ ਵਿੱਚ। ਇਸੇ ਕਰਕੇ ਭਾਜਪਾ ਸਟਰੋਂਗ ਹੋ ਗਈ, ਕਿਉਂਕਿ ਕਿਸਾਨੀ ਬਿੱਲ ਵਾਪਸ ਲੈ ਲਏ, ਜ਼ਿਮੀਂਦਾਰਾਂ ਨੇ ਕਿਸਾਨਾਂ ਨੇ ਆਪਣਾ ਗਰੁੱਪ ਬਣਾ ਲਿਆ ਔਰ ਉਗਰਾਹਾਂ ਵਰਗਿਆਂ ਨੇ ਉਸ ਕਿਸਾਨਾਂ ਦਾ ਵਿਰੋਧ ਕਰਤਾ। ਕਿਉਂਕਿ ਕਿਸਾਨ ਕਿਤੇ ਨਾ ਕਿਤੇ ਉਹ ਉਗਰਾਹਾਂ ਗਰੁੱਪ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਗਿਆ, ਕਿਸੇ ਹੋਰ ਗਰੁੱਪ ਤੋਂ ਪ੍ਰਭਾਵਿਤ ਹੋ ਗਿਆ। ਕਿਸਾਨ ਹੁਣ ਕੀ ਸੀ, ਦਿੱਲੀ ਵਿੱਚ ਇਕੱਠੇ ਸੀ, ਕੋਈ ਸ਼ੱਕ ਵਾਲੀ ਗੱਲ ਨਹੀਂ, ਲੇਕਿਨ ਪੰਜਾਬ 'ਚ ਆ ਕੇ ਪਾਟ ਗਏ, ਪੰਜਾਬ 'ਚ ਆ ਕੇ ਧੜੇ ਬਣ ਗਏ। ਹੁਣ ਕਿਸਾਨਾਂ ਲਈ ਵੀ ਬਹੁਤ ਵੱਡੀ ਮੁਸੀਬਤ ਹੈ। ਉਹ ਖੜੇ ਤਾਂ ਹੋ ਗਏ, ਉਹ 117 ਹਲਕਿਆਂ ਦੇ ਉਹ ਆਪਣੇ ਉਮੀਦਵਾਰ ਵੀ ਖੜੇ ਕਰਨਗੇ। ਆਮ ਆਦਮੀ ਪਾਰਟੀ ਧੜਾ ਆਪਣੇ ਉਮੀਦਵਾਰ ਅਨਾਉਂਸ ਕਰੀ ਜਾਂਦਾ, ਕਿਉਂਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੁਣ ਨਹੀਂ ਹੋਣ ਵਾਲਾ ਸੀਟਾਂ ਦੇ ਵੰਡ ਨੂੰ ਲੈ ਕੇ, ਖਾਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਆਲਰੇਡੀ ਪਹਿਲਾਂ ਕਾਫੀ ਸੀਟਾਂ ਅਨਾਉਂਸਮੈਂਟ ਕਰ ਚੁੱਕੀ ਹੈ। ਉਹਨਾਂ ਦਾ ਸਿਰਫ ਮੁੱਖ ਮੰਤਰੀ ਦਾ ਚਿਹਰਾ ਹੋਣਾ ਬਾਕੀ ਹੈ। ਔਰ ਪਹਿਲਾਂ ਇਹ ਕਿਆਸ ਗਾਰੀਆਂ ਸੀ ਕਿ ਉਗਰਾਹਾਂ ਨੂੰ ਜਿਹੜਾ ਸੀ ਰਾਜੇਵਾਲ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਗੇ ਆਮ ਆਦਮੀ ਪਾਰਟੀ, ਪਰ ਹੁਣ ਇੱਦਾਂ ਦੀ ਕੋਈ ਹਵਾ ਜਿਹੜੀ ਹੈ ਲੱਗਦੀ ਨਹੀਂ। ਔਰ ਲਹਿਰ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡੀ ਵਾਲੀ ਗੱਲ ਵੀ ਕਿਹਦੀ ਪੱਕ ਸਿਰ ਤੇ ਹੋਣੀ ਗਿੱਲ ਸਾਹਿਬ ਗੱਲ ਇਹ ਆ ਨਹੀਂ, ਲੇਕਿਨ ਇੰਨਾ ਜ਼ਰੂਰ ਹੈ ਕਿ ਸਾਰੀਆਂ ਪਾਰਟੀਆਂ ਦਾ ਇੱਕੋ ਇੱਕ ਮਨੋਰਥ ਹੈ ਪੰਜਾਬ ਤੇ ਕਬਜ਼ਾ ਕਰਨਾ, ਪੰਜਾਬ ਨੂੰ ਲੁੱਟਣਾ, ਪੰਜਾਬ ਨੂੰ ਬਰਬਾਦ ਕਰਨਾ। ਇਹਨਾਂ ਦਾ ਕੋਈ ਇੱਕ ਨਕਾਤੀ ਇਹੀ ਪ੍ਰੋਗਰਾਮ ਹੈ, ਇਹਨਾਂ ਦਾ ਕੋਈ ਵਿਕਾਸ ਵਾਲੇ ਪਾਸੇ। ਅੱਜ ਚਰਨਜੀਤ ਚੰਨੀ ਮੁੱਖ ਮੰਤਰੀ ਬਣਿਆ, ਡੰਡੇ ਪਏ ਨੇ ਲੋਕਾਂ ਦੇ, ਕੁੜੀਆਂ ਸੜਕਾਂ ਤੇ ਰੁਲ ਰਹੀਆਂ ਨੇ, ਮੁਲਾਜ਼ਮ ਸੜਕਾਂ ਤੇ ਰੁਲ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਸੁਧਾਰ ਕੀ ਹੋਇਆ? ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਸੁਧਾਰ ਕੀ ਹੋਇਆ? ਆਪਾਂ ਸੁਧਾਰ ਤਾਂ ਮੰਨਦੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਤਾ ਤੇ ਲਓ ਜੀ ਮੁਲਾਜ਼ਮ ਪੱਕੇ ਹੋ ਗਏ, ਸੜਕਾਂ ਦੇ ਧਰਨੇ ਚੱਕੇ ਗਏ, ਰੈਲੀਆਂ ਖਤਮ ਹੋ ਗਈਆਂ, ਕੁੜੀਆਂ ਦੀ ਇੱਜ਼ਤਾਂ ਬਰਕਰਾਰ ਹੋ ਗਈਆਂ, ਟੀਚਰਾਂ ਦੀ ਭਰਤੀ ਹੋ ਗਈ, ਨਰਸਾਂ ਨੌਕਰੀਆਂ ਤੇ ਚਲੀ ਗਈਆਂ। ਹੋਏਗਾ ਕਿ ਨਹੀਂ? ਗੱਲ ਤਾਂ ਇਹ ਗਿੱਲ ਸਾਹਿਬ ਵੀ ਜਿਸ ਦੀ ਹਕੂਮਤ ਹੋਣਾ ਨਾ, ਜੇ ਉਸ ਹਕੂਮਤ ਦਾ ਜਾਂ ਉਸ ਸਰਕਾਰ ਦਾ ਕੋਈ ਬੰਦਾ ਮੰਤਰੀ ਜਾਂ MLA ਜਾਂ ਉਹਦਾ ਕੋਈ ਸ਼ਖਸ ਜਿਹੜਾ ਕੋਈ ਅਧਿਕਾਰੀ ਹੈ, ਜੇ ਉਹ ਸਰਕਾਰ ਨੂੰ ਨਿੰਦੇ ਤੇ ਸਪਸ਼ਟ ਆ ਵੀ ਸਰਕਾਰ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਇਹ ਗੱਲ ਕੋਈ ਜ਼ਰੂਰੀ ਨਹੀਂ
ਵੀ ਚਰਨਜੀਤ ਚੰਨੀ ਚਾਹੇ ਨਵੀਆਂ ਬੱਸਾਂ ਪਾ ਦੇ, ਨਵੀਆਂ ਬੱਸਾਂ ਕਿਤੇ ਇਹਨੇ 15 ਦਿਨਾਂ 'ਚ ਨਹੀਂ ਖਰੀਦ ਲਈਆਂ। ਇਹ ਹੋ ਸਕਦਾ ਵੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਜਿਹੜਾ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੈ ਉਸ ਵੇਲੇ ਦੀ ਜਿਹੜੀਆਂ ਪ੍ਰਪੋਜ਼ਲਾਂ ਬਣੀਆਂ ਜੇ ਕੋਈ ਅੱਜ ਪੁਲ ਦਾ ਉਦਘਾਟਨ ਕਰਨ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਇਹ ਪੁਲ ਜਿਹੜਾ ਉਹ ਚਰਨਜੀਤ ਚੰਨੀ ਨੇ ਬਣਾਇਆ। ਇਹ ਪ੍ਰਪੋਜ਼ਲ ਅੱਜ ਤੋਂ 5 ਸਾਲ ਜਾਂ 6 ਸਾਲ ਜਾਂ 7 ਸਾਲ ਪਹਿਲਾਂ ਦੀ ਪ੍ਰਪੋਜ਼ਲ ਹੋਊਗੀ ਤੇ ਹੁਣ ਤੱਕ ਕੰਪਲੀਸ਼ਨ ਹੋਈ ਆ। ਸੋ ਜਿਹੜੀਆਂ ਇਹ ਗੱਲਾਂ ਚਰਨਜੀਤ ਚੰਨੀ ਵੱਲੋਂ ਜਾਂ ਕੁਝ ਹੋਰ ਮੰਤਰੀਆਂ ਵੱਲੋਂ ਗਰੰਟਾਂ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਉੱਦਾਂ ਹੀ ਆ। ਅੱਜ ਜਦੋਂ ਕੱਲ ਰਜਿੰਦਰ ਕੌਰ ਪੱਠਲ ਆਪਣੇ ਏਰੀਏ 'ਚ ਲੋਕਾਂ ਨਾਲ ਸੰਪਰਕ ਕਰਨ ਗਈ ਤਾਂ ਉੱਥੋਂ ਦੇ ਲੋਕਾਂ ਨੇ ਘੇਰ ਕੇ ਉਹਨੂੰ ਪੁੱਛਿਆ ਵੀ ਦੱਸੋ ਵੀ ਤੁਹਾਡੇ ਪਿੰਡ ਜਾਂ ਤੁਹਾਡੇ ਸ਼ਹਿਰ ਦੇ ਨੇੜੇ ਕੋਈ 5.5 ਰੁਪਏ ਨੂੰ ਜਿਹੜੀ ਹੈਗੀ ਆ ਇਹ ਰੇਤਾ ਮਿਲਦੀ ਹੈ। ਤਾਂ ਉਸ ਵੇਲੇ ਭੱਠਲ ਨੂੰ ਕੋਈ ਜਵਾਬ ਨਹੀਂ ਆਇਆ। ਬਾਕੀ ਮੰਗਾਂ ਦੇ ਉੱਤੇ ਜਦੋਂ ਗੱਲ ਕੀਤੀ ਤੇ ਉਹ ਚੁੱਪ ਕਰਕੇ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸੋ ਕਹਿਣ ਦਾ ਭਾਵ ਇਹ ਆ ਵੀ ਜਿੰਨਾ ਕੁਝ ਵੀ ਵਾਪਰ ਰਿਹਾ ਨਾ ਇਹ ਸਾਰਾ ਇੱਕ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਲਾਸਟ ਦਿਨਾਂ ਦੇ ਵਿੱਚ ਇੱਕ ਪ੍ਰਚਾਰ ਨੂੰ ਮੁਹਿੰਮ ਨੂੰ ਚਲਾਇਆ ਹੋਇਆ ਸਰਕਾਰ ਦਾ ਕਰੋੜਾਂ ਰੁਪਈਆ ਜਿਹੜਾ ਇਸ਼ਤਿਹਾਰਾਂ ਤੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਲਾ ਦਿੱਤਾ ਗਿਆ। ਇਹ ਪਾਣੀ ਵਾਂਗੂ ਵਹਾਇਆ ਜਾ ਰਿਹਾ ਕਿਉਂਕਿ ਇਹ ਕਿਸੇ ਦੀ ਜੇਬ ਚੋਂ ਨਹੀਂ ਜਾ ਰਿਹਾ, ਇਹ ਤੁਹਾਡੇ ਟੈਕਸਾਂ ਚੋਂ ਜਾ ਰਿਹਾ। ਜਿਹੜੇ ਪੈਸੇ ਵਿਕਾਸ ਦੇ ਕਾਰਜਾਂ ਤੇ ਲੱਗਣੇ ਸੀ, ਜਿਹੜੇ ਪੈਸੇ ਕਿਸੇ ਭਲਾਈ ਸਕੀਮਾਂ ਤੇ ਲੱਗਣੇ ਸੀ, ਜਿਹੜੇ ਪੈਸੇ ਕਿਸੇ ਗਰੀਬ ਖਾਤੇ 'ਚ ਪੈਣੇ ਸੀ, ਅੱਜ ਉਹ ਪੈਸੇ ਸਾਰੇ ਜਿਹੜੇ ਇਸ਼ਤਿਹਾਰਾਂ 'ਚ ਲਾ ਕੇ ਸਰਕਾਰ ਨੂੰ ਖਾਲੀ ਕੀਤਾ ਜਾ ਰਿਹਾ। ਔਰ ਬੜੇ ਦਿਨਾਂ ਬਾਅਦ ਕੱਲ ਜਿਹੜਾ ਆਪਣਾ ਮਨਪ੍ਰੀਤ ਬਾਦਲ ਬੋਲਿਆ ਸੀ ਔਰ ਬੜੇ ਦੱਬੀ ਜ਼ੁਬਾਨ ਦੇ ਨਾਲ ਉਹਨੇ ਕੁਝ ਗੱਲਾਂ ਵੀ ਕਹੀਆਂ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਲੋਕਾਂ ਨੂੰ ਹੁਣ ਤੋਂ ਹੀ ਇਹ ਰਾਜਨੀਤਿਕ ਜਿਹੜੀਆਂ ਪਾਲਿਸੀਆਂ ਨੇ ਇਹਨਾਂ ਨੂੰ ਧਿਆਨ 'ਚ ਰੱਖ ਲੈਣਾ ਚਾਹੀਦਾ। ਜਿੱਥੋਂ ਤੱਕ ਇਹ ਜਿਹੜੇ ਛੱਡ ਛਡਾਈ ਹੋ ਰਹੀ ਹੈ, ਮੈਂ ਪਹਿਲਾਂ ਵੀ ਗੱਲ ਕਹੀ ਵੀ ਤੁਸੀਂ ਇਹ ਸਰਗੋਸ਼ੀਆਂ ਨੇ ਸਾਡੇ ਪੰਜਾਬ ਦੇ ਵਿੱਚ ਨਵੀਆਂ ਜਿਹੜੀਆਂ ਨੇ ਆਉਣ ਵਾਲੇ ਕੁਝ ਦਿਨਾਂ 'ਚ ਬਹੁਤ ਵੱਡਾ ਕਾਂਗਰਸ ਦਾ ਇੱਕ ਲੀਡਰ ਫਿਰ ਟੁੱਟ ਕੇ ਭਾਜਪਾ ਜਾ ਰਿਹਾ। ਅਜੇ ਨਵੇਂ ਨਿੱਕੇ ਜਾ ਰਹੇ ਨੇ, ਨਕਈ ਚਲ ਗਿਆ, ਹੋਰ ਕਈ ਚਲ ਗਏ ਨੇ। ਸੋ ਇਹ ਜਿਹੜੇ ਨੇ ਡੇਲੀ ਜਿਹੜਾ ਪਾਣੀ ਹੈ ਉਹ ਹੁਣ ਉਹ ਟੁੱਟ ਗਿਆ। ਖਾਲ ਟੁੱਟਾ, ਖਾਲ ਦੇ ਵਿੱਚ ਬਹੁਤ ਵੱਡੀਆਂ ਮੋਰੀਆਂ ਨੇ। ਜਿਵੇਂ ਆਪਾਂ ਮੋਗੇ ਤੋਂ ਪਾਣੀ ਨਹਿਰੀ ਪਾਣੀ ਜਿਹੜਾ ਆਪਾਂ ਜ਼ਿਮੀਂਦਾਰ ਜਿਹੜੇ ਚੋਰੀ ਕਰਦੇ ਰਹੇ ਆ ਨਾ, ਇਹ ਪਾਣੀ ਸਾਡੇ ਕੋਲ ਤਾਂ ਹੁੰਦਾ ਨਹੀਂ ਤੇ ਚਲੋ ਮੋਗੇ 'ਚ ਅੱਜ ਵਾਰੀ ਸਾਡੇ ਦੂਜਿਆਂ ਦੀ ਆ, ਉਧਰ ਨੂੰ ਪਾਣੀ ਵਾਲੇ ਦੇ ਮੋਗੇ 'ਚ ਪਾ ਲਿਓ ਪਾਈਪ ਜਾਂ ਕਰ ਲਓ ਛੇਕ ਤੇ ਪਾਣੀ ਆਪਣੇ ਖੱਤੇ 'ਚ ਲਾ ਲਓ। ਸੋ ਇਹ ਹੁਣ ਇਹਨਾਂ ਰਾਜਨੀਤਿਕ ਲੋਕਾਂ ਦੇ ਮੋਗਿਆਂ 'ਚ ਜਿਹੜੀ ਭਾਜਪਾ ਦੀ ਜਿਹੜੀ ਪਾਈਪ ਫਸ ਗਈ ਹੈ। ਸੋ ਪਤਾ ਨਹੀਂ ਪਾਣੀ ਕਿਹੜੇ ਥਾਂ ਤੋਂ ਕਿਹੜੇ ਕਰਕੇ ਤੇ ਇਸ ਭਾਜਪਾ ਦੇ ਛੱਪੜ 'ਚ ਪੈਣ ਵਾਲਾ ਕੁਝ ਪੈ ਗਿਆ, ਕੁਝ ਪੈਣ ਵਾਲਾ। ਔਰ ਜਿਹੜੀ ਜਨਵਰੀ 5 ਨੂੰ ਪ੍ਰਧਾਨ ਮੰਤਰੀ ਇੱਥੇ ਆ ਰਿਹਾ, ਉਹ ਨਵੇਂ ਇੱਕ ਬਹੁਤ ਵੱਡੇ ਮਤਲਬ ਜਿਹੜੀ ਲਿਆ ਕੇ ਝੋਲੇ 'ਚ ਬਹੁਤ ਵੱਡੀਆਂ ਸਕੀਮਾਂ ਲਿਆ ਕੇ ਪੰਜਾਬ ਦੀ ਖਿਲਾਰਨ ਦੀ ਕੋਸ਼ਿਸ਼ ਕਰਨਗੇ, ਯਤਨ ਕਰਨਗੇ। ਸੋ ਸਾਡੇ ਰਾਜਨੀਤਿਕ ਲੋਕਾਂ ਦਾ ਅਜੇ ਤੱਕ ਪੰਜਾਬ ਦੇ ਲੋਕਾਂ ਲਈ ਕੋਈ ਵੀ ਖਾਸ ਜਿਹੜਾ ਉਹ ਏਜੰਡਾ ਨਹੀਂ ਆਇਆ। ਚਾਹੇ ਉਹ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਨੇ, ਆਪਾਂ ਕਿਸਾਨ ਜਥੇਬੰਦੀਆਂ ਦੀ ਵੀ ਗੱਲ ਕਰਦੇ ਹਾਂ। ਕੱਲ ਉਗਰਾਹਾਂ ਗਰੁੱਪ ਦੀ ਮੀਟਿੰਗ ਜਿਹੜੀ ਆ ਉਹ ਚਰਨਜੀਤ ਚੰਨੀ ਨਾਲ ਹੋਣ ਲਈ ਫਿਕਸ ਹੋਣੀ ਸੀ 30 ਤਰੀਕ ਨੂੰ, ਪਰ ਚੰਨੀ ਜਿਹੜਾ ਉਹ ਜਵਾਬ ਦੇ ਗਿਆ। ਔਰ ਪਰਸੋਂ ਹੀ ਇਹਨੇ ਉਗਰਾਹਾਂ ਨੇ ਕਿਹਾ ਸੀ ਵੀ ਸਾਨੂੰ ਕੋਈ ਬਹੁਤੀ ਆਸ ਨਹੀਂ ਕਿ ਸਾਡੀ ਇਹ ਜਿਹੜੀਆਂ ਮੰਗਾਂ ਸਿਰੇ ਲੱਗਣ ਕਿ ਨਾ ਲੱਗਣ, ਛਾਤਰ ਹੁੰਦੀ ਸਰਕਾਰ। ਸੋ ਉਹੋ ਹੀ ਗੱਲ ਕੀਤੀ ਸਰਕਾਰ, ਚੰਨੀ ਦੀ ਸਰਕਾਰ ਨੇ ਨਾ ਕਰਤੀ ਮੀਟਿੰਗ ਤੋਂ, ਟਾਲ ਮਟਾਲਾ ਕਰ ਦਿੱਤਾ, ਜਿਹਦੇ ਕਰਕੇ ਦੁਬਾਰਾ ਫਿਰ ਸੰਘਰਸ਼ ਦੀ ਜ਼ਰੂਰਤ ਪੈਣੀ ਹੈ। ਸੋ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਚੋਣਾਂ 'ਚ ਕੁੱਦ ਗਈਆਂ ਨੇ ਨਾ, ਇਹਨਾਂ ਨੂੰ ਚੰਗਾ ਹੁੰਦਾ ਜੇ ਹਿੰਦੁਸਤਾਨ ਦੀਆਂ 400 ਜਥੇਬੰਦੀਆਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ। ਅਜੇ ਬਹੁਤ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨਣ ਵਾਲੀਆਂ ਰਹਿੰਦੀਆਂ ਸੀ। ਇਹ ਚੋਣਾਂ ਨਾਲ ਤਾਂ ਭਾਵੇਂ ਸੁਧਾਰ ਨਾ ਹੋ ਸਕੇ, ਪਰ ਇੱਕ ਦਾਅਵਾ ਜ਼ਰੂਰ ਸੀ, ਇਹ ਸਾਡੀਆਂ 32 ਜਥੇਬੰਦੀਆਂ ਪੰਜਾਬ ਦੀ ਦੁਰਦਸ਼ਾ ਸੁਧਾਰ ਸਕਦੀਆਂ ਸੀ ਆਪਣੇ ਸੰਘਰਸ਼ ਦੇ ਰਾਹੀਂ, ਆਪਣੇ ਦਬਾਅ ਦੇ ਰਾਹੀਂ। ਔਰ ਜੇ ਕਿਸਾਨਾਂ ਦੀ ਹਾਲਤ ਸੁਧਾਰ ਜਾਂਦੀਆਂ, ਸਿਰਫ ਕਾਨੂੰਨ 3 ਕਾਨੂੰਨ ਹੀ ਨਹੀਂ, ਜਿਹੜੇ 3 ਕਾਨੂੰਨਾਂ ਨਾਲ ਸਾਡੀ ਕੋਈ ਮੁਕਤੀ ਹੋਣ ਵਾਲੀ ਨਹੀਂ। ਸਾਡੀਆਂ ਨੇ ਬਹੁਤ ਵੱਡੀਆਂ ਮੰਗਾਂ ਨੇ। ਔਰ ਕੱਲ ਹੀ ਜਦੋਂ ਇਹਨਾਂ ਨੇ ਉਗਰਾਹਾਂ ਗਰੁੱਪ ਨੇ ਜਾਂ ਬਾਕੀ ਹੋਰਨਾਂ ਸਾਰਿਆਂ ਨੇ ਚੰਨੀ ਦੇ ਗਾੜੀ ਮਸਲਾ ਰੱਖਿਆ ਕਿ ਜਿਹੜੇ ਪੰਜਾਬ ਦੇ ਅੰਦਰ ਸਾਡੇ ਕਿਸਾਨੀ ਨਾਲ ਸੰਬੰਧਿਤ ਜਿਹੜੇ ਪਰਚੇ ਦਰਜ ਹੋਏ ਸੀ ਤੇ ਉਹਨਾਂ ਨੂੰ ਖਾਰਜ ਕੀਤਾ ਜਾਵੇ
ਤੇ ਚੰਨੀ ਦਾ ਸਾਫ਼ ਜਵਾਬ ਸੀ, ਮੈਂ ਇਹ ਪੱਤਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਾਂਗਾ, ਉਹਦੇ ਨਾਲ ਗੱਲ ਕਰਾਂਗਾ ਕਿ ਕੀ ਵਾਪਸ ਲੈ ਲਾਂ ਕਿ ਨਾ ਲੈ ਲਾਂ। ਇਹ ਤੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਪੰਜਾਬ ਦੇ ਅੰਦਰ ਇਹ ਸਭ ਕੁਝ ਠੀਕ ਹੈ? ਕੀ ਇਹ ਸਰਕਾਰ ਤੁਹਾਡੇ ਪਰਚੇ ਵਾਪਸ ਲੈ ਲੂ? ਕੀ ਤੁਹਾਨੂੰ ਮੁਆਵਜ਼ੇ ਦੇ ਜਿਹੜੇ ਪੈਸੇ ਮੰਨੇ ਉਹ ਦੇ ਦੂ? ਕੀ ਜਿਹੜੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਮੰਨ ਲੂ? ਸੋ ਤੁਹਾਡਾ ਧਿਆਨ ਕਨਵਰਟ ਕਰਨ ਵਾਸਤੇ, ਬਦਲਣ ਵਾਸਤੇ, ਤੁਹਾਡੀ ਏਕਤਾ ਨੂੰ ਤੋੜਨ ਵਾਸਤੇ, ਖੇਰੂ ਕਰਨ ਵਾਸਤੇ ਤੁਹਾਨੂੰ ਰਾਜਨੀਤਿਕ ਲੋਕਾਂ ਨੇ ਉਲਝਾ ਲਿਆ ਔਰ ਤੁਹਾਨੂੰ ਲਾਲਚ ਪੈਦਾ ਕਰ ਦਿੱਤਾ ਵੀ ਤੁਹਾਡੀ ਸਰਕਾਰ ਹੋਏਗੀ, ਤੁਸੀਂ ਜੋ ਮਰਜ਼ੀ ਕਰ ਲੋਗੇ। ਰਾਜੇਵਾਲ ਸਾਹਿਬ, ਮੇਰੇ ਨਾਲੋਂ ਵੱਡੀ ਹੈ ਤੁਹਾਡੀ ਉਮਰ, ਤਜਰਬੇ ਸ਼ਾਇਦ ਸਾਡੇ ਦੋਨਾਂ ਦੇ ਇੱਕੋ ਜਿਹੇ ਸਾਂਝੇ ਹੋਣੇ ਨੇ। ਮੈਨੂੰ ਵੀ 40 ਸਾਲ ਹੋ ਗਿਆ ਇਸੇ ਲਾਈਨ ਦੇ ਵਿੱਚ ਸੰਘਰਸ਼ ਕਰਦਿਆਂ, ਤੁਰਿਆਂ ਫਿਰਦਿਆਂ, ਰੈਲੀਆਂ ਧਰਨਿਆਂ ਜਾਂਦਿਆਂ, ਬਿਜਲੀ ਬੋਰਡ ਦੀ ਨੁਮਾਇੰਦਗੀ ਕਰਦਿਆਂ। ਅੱਜ ਤੱਕ ਕਿਸੇ ਵੀ ਸੁਧਾਰ ਨਹੀਂ ਹੋਇਆ। ਅਸੀਂ ਲੜਦੇ ਹਾਂ ਹਰ ਸਰਕਾਰ ਦੇ ਨਾਲ। ਮੈਂ ਕਈ ਵਾਰ ਇਹ ਗੱਲ ਕਹਿਣਾ ਨਾ ਗਿੱਲ ਸਾਹਿਬ ਵੀ 5 ਸਾਲ ਅਸੀਂ ਲਗਾਤਾਰ ਮੌਜੂਦਾ ਸਰਕਾਰ ਦੀਆਂ ਕਮਜ਼ੋਰੀਆਂ ਤੇ ਬੋਲਦੇ ਰਹੇ ਹਾਂ। ਅਸੀਂ ਮੌਜੂਦਾ ਸਰਕਾਰ ਨੂੰ ਨਿੰਦਦੇ ਪਿੱਟਦੇ ਰਹੇ ਹਾਂ। ਮੌਜੂਦਾ ਸਰਕਾਰ ਦੇ ਬੁਨਿਆਦੀ ਜਿਹੜੀਆਂ ਸਹੂਲਤਾਂ ਸਾਨੂੰ ਮਿਲਣੀਆਂ ਉਹਦੇ ਲਈ ਲੜਦੇ ਰਹਿੰਦੇ ਹਾਂ। ਪਰ ਪਤਾ ਨਹੀਂ ਕੀ ਕਾਰਨ ਹੈ ਵੀ 5 ਸਾਲ ਬਾਅਦ ਅਸੀਂ ਸਰਕਾਰ ਨਹੀਂ ਬਦਲ ਸਕਦੇ, ਸਿਸਟਮ ਨਹੀਂ ਬਦਲ ਸਕਦੇ, ਅਸੀਂ ਫਿਰ ਉਸੇ ਕੋਠੇ ਨੂੰ ਲਿਪਦੇ ਹਾਂ। ਜਿਵੇਂ ਗੱਲ ਮੈਂ ਪਹਿਲਾਂ ਵੀ ਕਹੀ, ਨਵਜੋਤ ਸਿੰਘ ਸਿੱਧੂ ਤੇ ਗੱਲ ਕਰਦਾ। ਨਵਜੋਤ ਸਿੰਘ ਸਿੱਧੂ ਵੀ ਉਸੇ ਹੀ ਟੱਠੇ ਹੋਏ ਕੋਠੇ ਨੂੰ ਲਿਪਣ ਦੀ ਗੱਲ ਕਰ ਰਿਹਾ। ਉਹ ਟੱਠਾ ਕੋਠਾ ਜਿਹੜਾ ਛੋਟੇ ਮੀਂਹ ਤੇ ਵੀ ਚੁੰਦਾ। ਇਹ ਛੋਟਾ ਮੀਂਹ ਕਿਹੜਾ? ਇਹ ਛੋਟਾ ਮੀਂਹ ਹੈ ਸਾਡੇ ਰਾਜਨੀਤਿਕ ਕਰਪਟ ਲੋਕ ਜਿਹੜੇ ਟਿਪ ਕਰਕੇ ਥੱਲੇ ਨੂੰ ਚੋਰੇ ਨੇ। ਅਸੀਂ ਸੋਚ ਉਸਦੇ ਹਾਂ ਵੀ ਇਹ ਟੱਠੇ ਕੋਠੇ ਨੂੰ ਲਿਪਣ ਦੀ ਲੋੜ ਨਹੀਂ, ਢਾਹ ਕੇ ਨਵਾਂ ਕੋਠਾ ਪਾਉਣ ਦੀ ਜ਼ਰੂਰਤ ਹੈ, ਸੀਮੈਂਟ ਨਾਲ ਤੇ ਸਾਡੇ ਕੰਕਰੀਟ ਨਾਲ। ਸੋ ਇਹਦੀ ਤਿਆਰੀ ਜਿਹੜੀ ਸੀ ਕਿਸਾਨ ਜਥੇਬੰਦੀਆਂ ਤੋਂ ਲੱਗਦੀ ਸੀ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਉਣਗੀਆਂ, ਇੱਕ ਨਵਾਂ ਸੁਧਾਰ ਕਰਨਗੀਆਂ ਔਰ ਤੁਹਾਡੇ ਤੋਂ ਸਬਕ ਲੈ ਕੇ ਸਾਡੇ ਜਿਹੜੇ ਮੁਲਾਜ਼ਮ ਨੇ, ਸਾਡੇ ਜਿਹੜੇ ਕਰਮਚਾਰੀ ਨੇ, ਸਾਡੇ ਅਫਸਰ ਸਾਹਿਬਾਨ ਨੇ ਜਾਂ ਸਾਡੇ ਮਜ਼ਦੂਰ ਨੇ, ਉਹ ਤੁਹਾਡੇ ਸੰਘਰਸ਼ ਤੋਂ ਸਬਕ ਲੈ ਕੇ ਆਪ ਸੰਘਰਸ਼ ਕਰਨਗੇ। ਕਿਉਂਕਿ ਤੁਹਾਡਾ ਇੱਕ ਬਿਆਨ ਆਇਆ ਸੀ ਕਿ ਕਰਮਚਾਰੀਆਂ 'ਚ ਦਮ ਨਹੀਂ ਹੈ, ਕਰਮਚਾਰੀਆਂ 'ਚ ਸਮਝ ਨਹੀਂ ਹੈ। ਉਹ ਇੱਕ ਛੋਟੇ ਦਾਇਰੇ ਦੇ ਲੋਕ ਨੇ, ਉਹ ਸਰਕਾਰ ਤੋਂ ਨਿੱਕੇ ਲਾਲਚ ਲੈ ਕੇ ਚੁੱਪ ਕਰ ਜਾਂਦੇ ਨੇ। ਪਰ ਜੇ ਅੱਜ ਸਰਕਾਰ ਕਿਸਾਨ ਜਥੇਬੰਦੀਆਂ ਤੋਂ ਸੇਧ ਲੈ ਕੇ ਵੀ ਵਾਕਈ ਲੜ ਕੇ ਲੰਮੇ ਸੰਘਰਸ਼ੋਂ ਸਰਕਾਰ ਨੂੰ ਦਬਾਇਆ ਜਾ ਸਕਦਾ, ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ, ਉਹ ਤੇ ਆਪਣੇ ਦਮ ਤੇ ਅੱਜ ਵੀ ਲੜ ਰਹੇ ਨੇ। ਤੇ ਤੁਸੀਂ ਇੱਕ ਛੋਟੇ ਜਿਹੇ ਲਾਲਚਵਸ ਹੋ ਕੇ ਇਹ ਚੋਣਾਂ ਦੇ ਦੰਗਲ 'ਚ ਆ ਗਏ ਹੋ, ਜਿਹੜਾ ਇਹ ਸੁਧਾਰ ਪੰਜਾਬ ਦਾ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਸੀ ਸੁਧਾਰ ਜੇ ਤੁਸੀਂ 32 ਜਥੇਬੰਦੀਆਂ ਰਲ ਕੇ ਇਸ ਇਲੈਕਸ਼ਨ ਦਾ ਵਿਰੋਧ ਕਰਦੇ, ਹਮਾਇਤ ਵੀ ਨਾ ਕਰਦੇ, ਵਿਰੋਧ ਵੀ ਨਾ ਕਰਦੇ। ਘੱਟੋ ਘੱਟ ਤੁਸੀਂ ਆਪਣੇ ਸੰਘਰਸ਼ ਨੂੰ ਚਲਾਉਣ ਲਈ ਆਪਣੀਆਂ ਮੰਗਾਂ ਦਾ ਦਬਾਅ ਜਿਹੜਾ ਸੀ ਉਹ ਸੈਂਟਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਤੇ ਵੀ ਬਣਾਈ ਰੱਖਦੇ, ਤਾਂ ਆਪਾਂ ਕਿਸਾਨ ਜਥੇਬੰਦੀਆਂ ਨੂੰ ਇੱਕ ਬਹਾਦਰ ਕੌਮ ਦੇ ਤੌਰ ਤੇ ਮੰਨਦੇ। ਪਰ ਅੱਜ ਆਪਾਂ ਲਾਲਚ ਆ ਕੇ ਅੱਜ ਗਰੁੱਪ ਬਣ ਗਏ ਨੇ। ਪਹਿਲਾਂ ਚਟੂਨੀ ਨਿਕਲਿਆ, ਹੁਣ ਤੁਸੀਂ ਨਿਕਲ ਗਏ ਹੋ, ਕੱਲ ਨੂੰ ਕੁਝ ਹੋਰ ਨਿਕਲ ਜਾਏਗਾ। ਨਵੇਂ ਤੇ ਭਾਵੇਂ ਨਾ ਹੋਣ ਪਰ ਤੁਹਾਡੇ ਕੋਲ ਜੂ ਟੁੱਟ ਕੇ ਦੂਜੇ ਪਾਸੇ ਜ਼ਰੂਰ ਜਾਣਗੇ। ਔਰ ਉਹ ਜਥੇਬੰਦੀਆਂ ਜਿਹੜੀਆਂ ਅੱਜ ਵੀ ਸੰਘਰਸ਼ ਕਰ ਰਹੀਆਂ ਨੇ, ਬਹੁਤ ਵੱਡੇ ਅਜੇ ਫੈਸਲੇ ਲੈਣ ਦੀ ਲੋੜ ਹੈ। ਸੋ ਇਹ ਰਾਜਨੀਤਿਕ ਲੋਕਾਂ ਤੋਂ ਜੇ ਤੁਸੀਂ ਮੁਕਤੀ ਦੀ ਗੱਲ ਕਰਦੇ ਹੋ ਤੇ ਇਹ ਨਹੀਂ ਹੋ ਸਕਦਾ। ਔਰ ਜੋ ਹੋਰ ਅਗਲੇ ਹਫਤੇ ਨੂੰ 5 ਤਰੀਕ ਤੱਕ ਮੇਰਾ ਤੇ ਖਿਆਲ ਆ ਬਹੁਤ ਵੱਡੇ ਖਿਲਾਫ ਪੈਦਾ ਹੋਣ ਵਾਲੇ ਨੇ, ਬਹੁਤ ਕੁਝ ਹੋਣ ਵਾਲੇ ਨੇ। ਔਰ ਜਿਹੜਾ ਵੀ ਬੰਦਾ ਇੱਕ ਨੂੰ ਛੱਡ ਕੇ ਦੂਜੇ ਦਾ ਪੱਲਾ ਫੜਦਾ, ਨਾ ਉਹਦਾ ਉਦੋਂ ਨੀਤੀ ਨਾਲ ਕੋਈ ਲੈਣ ਦੇਣ ਸੀ ਤੇ ਨਾ ਉਹਨਾਂ ਨਾਲ ਨੀਤੀ ਦਾ ਲੈਣ ਦੇਣ ਹੈ, ਨਾ ਉਹਨਾਂ ਕੋਲ ਪਾਲਿਸੀ ਹੈ ਨਾ ਉਹਨਾਂ ਕੋਲ ਕੋਈ ਪਾਲਿਸੀ ਹੈ। ਇਹ ਸਿਰਫ ਤੇ ਸਿਰਫ ਲਾਲਚਵਸ ਹੋ ਕੇ ਉਧਰੋਂ ਕੁਝ ਨਹੀਂ ਮਿਲਿਆ ਤੇ ਇੱਧਰ ਆ ਗਏ। ਨਵਜੋਤ ਸਿੰਘ ਸਿੱਧੂ ਵੀ ਕਈ ਪਾਰਟੀਆਂ ਇਸ ਕਰਕੇ ਹੀ ਬਦਲ ਚੁੱਕਾ ਹੈ। ਕੋਈ ਉਹ ਇਹ ਨਹੀਂ ਹੈ ਕਿ ਉਹ ਕੋਈ ਪਲਾਨ ਕਰਕੇ ਜਿਹੜਾ ਨਵਾਂ ਇਸ ਟੀਮ 'ਚ ਆਇਆ ਸੀ, ਨਵੀਂ ਸੋਚ ਲੈ ਕੇ ਆਇਆ ਸੀ। ਸੋਚ ਤੇ 2015 'ਚ ਵੀ ਇਹਦੀ ਉਹੀ ਸੀ। ਸੋ ਜਿੰਨੇ ਵੀ ਰਾਜਨੀਤਿਕ ਲੋਕ ਨੇ, ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਰਾਜ ਗੱਦੀ ਹਥਿਆਉਣਾ, ਮੰਗਾ ਮਸਲਿਆਂ ਨਾਲ ਕੋਈ ਲੈਣ ਦੇਣ ਨਹੀਂ। ਅਜੇ ਤਾਂ ਬੜੇ ਨਵੇਂ ਸੈਲੀਬ੍ਰਿਟੀ ਹੋਰ ਜੁਆਇਨ ਕਰਾਉਣੇ ਨੇ। ਮੈਂ ਅੱਗੇ ਵੀ ਗੱਲ ਕਹੀ ਸੀ, ਹਰਭਜਨ ਸਿੰਘ ਕ੍ਰਿਕਟ ਵਰਗੇ
ਇੱਥੇ ਕੱਲ ਵੀ ਗੱਲ ਅਸੀਂ ਕੀਤੀ ਸੀ, ਉਹ ਗਿੱਪੀ ਗਰੇਵਾਲ ਵਰਗੇ ਕਈ ਇਹੋ ਜਿਹੇ ਨਵੇਂ ਉਹਨਾਂ ਨੇ ਸੈਲੀਬ੍ਰਿਟੀ ਲਿਆਉਣੇ ਨੇ, ਨਵੀਆਂ ਸਕੀਮਾਂ ਲਿਆਉਣੀਆਂ ਨੇ। ਕਿਉਂਕਿ ਜਦੋਂ ਵੀ ਕੋਈ ਨਵੀਂ ਪਾਰਟੀ ਦੇ ਉੱਪਰ ਕੰਪਨੀ ਬਣਦੀ ਆ, ਜਿਹੜੀ ਵੀ ਕੋਈ ਵਪਾਰਕ ਕੰਪਨੀ, ਜਦੋਂ ਨਵੀਂ ਕੰਪਨੀ ਬਣਦੀ ਹੈ ਤੇ ਉਹ ਆਪਣੇ ਇਸ਼ਤਿਹਾਰਾਂ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ, ਆਪਣੇ ਏਜੰਟਾਂ ਦੇ ਰਾਹੀਂ ਜਾਂ ਹੋਰ ਨਾ ਕਈਆਂ ਤਰੀਕਿਆਂ ਦੇ ਨਾਲ ਕਈ ਤਰ੍ਹਾਂ ਦੇ ਸਾਨੂੰ ਲਾਭ ਦਿੰਦੀ ਹੈ, ਕਈ ਤਰ੍ਹਾਂ ਦੇ ਡਿਸਕਾਊਂਟ ਦਿੰਦੀ ਹੈ, ਕਈ ਤਰ੍ਹਾਂ ਦੇ ਤੋਹਫੇ ਵੰਡਦੀ ਹੈ, ਕਈ ਤਰ੍ਹਾਂ ਦਾ ਸਭ ਕੁਝ ਦਿੰਦੀ ਹੈ। ਪਰ ਜਿੰਨੀਆਂ ਵੀ ਇਹ ਤੋਹਫੇ ਦੇਣ ਵਾਲੀਆਂ, ਜਿੰਨੀਆਂ ਵੀ ਇਹ ਰਿਆਇਤਾਂ ਦੇਣ ਵਾਲੀਆਂ ਕੰਪਨੀਆਂ ਕੁਝ ਵਧੀਆ ਨਹੀਂ ਹੁੰਦੀਆਂ। ਉਸੇ ਤਰ੍ਹਾਂ ਰਾਜਨੀਤਿਕ ਲੋਕ ਜਿਹੜੇ ਤੁਹਾਨੂੰ ਅੱਜ ਮੁਫਤ ਦੀਆਂ ਸਕੀਮਾਂ ਦੇ ਰਹੇ ਨੇ, ਗਰੰਟੀਆਂ ਦੇ ਰਹੇ ਨੇ, ਉਹ ਕਦੇ ਚੰਗੇ ਨਹੀਂ ਹੋ ਸਕਦੇ। ਉਹ ਆਮ ਆਦਮੀ ਨਹੀਂ ਹੋ ਸਕਦੇ। ਆਮ ਆਦਮੀ ਤੇ ਉਹ ਆ ਜਿਹੜਾ ਰਕਸ਼ੇ ਵਾਲਾ, ਆਮ ਆਦਮੀ ਆ ਚਾਹ ਦੀ ਦੁਕਾਨ ਚਲਾਉਣ ਵਾਲਾ, ਆਮ ਆਦਮੀ ਆ ਜਿਹੜਾ ਦੁਕਾਨ ਕਰ ਰਿਹਾ ਕਰਿਆਨੇ ਦੀ, ਆਮ ਆਦਮੀ ਜਿਹੜਾ ਕੱਪੜੇ ਦੀ ਦੁਕਾਨ ਕਰਦਾ, ਆਮ ਆਦਮੀ ਜਿਹੜਾ ਮਜ਼ਦੂਰ ਸਾਈਕਲ ਤੇ ਜਾ ਰਿਹਾ, ਸਕੂਟਰ ਤੇ ਜਾ ਰਿਹਾ, ਛੋਟੀ ਕਾਰ ਤੇ ਜਾ ਰਿਹਾ, ਉਹ ਆਮ ਆਦਮੀ ਆ। ਹੁਣ ਆਮ ਆਦਮੀ ਦਰਸ਼ਨ ਹੋਇਆ ਕਰਨਗੇ ਤੁਹਾਨੂੰ ਰਾਜਨੀਤਿਕ ਲੋਕਾਂ ਦੇ। ਰਾਜਨੀਤਿਕ ਲੋਕ ਕਦੇ ਵੀ ਮਰੂਤੀ 800 ਤੇ ਨਹੀਂ ਤੁਹਾਨੂੰ ਪਿੰਡਾਂ ਚ ਆਉਣਗੇ। ਤੁਸੀਂ 2-4 ਦਿਨ 10 ਸਾਲਾਂ ਬਾਅਦ ਵੇਖਿਓ, ਜਿਸ ਦਿਨ ਇਹ ਨੋਮੀਨੇਸ਼ਨਾਂ ਭਰੀਆਂ ਜਾਣੀਆਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੀ ਇੱਕ ਅਪੀਲ ਹੈ ਵੀ ਇਲੈਕਸ਼ਨ ਕਮਿਸ਼ਨ ਅੱਖਾਂ ਮੀਟ ਕੇ ਇਹਨਾਂ ਦਸਤਾਵੇਜ਼ਾਂ ਨੂੰ ਪਾਸ ਨਾ ਕਰੇ। ਇਹ ਦਸਤਾਵੇਜ਼ ਝੂਠੇ ਐਫੀਡੇਵਿਟ ਬਣਾ ਕੇ ਵਕੀਲਾਂ ਤੋਂ ਲਾਏ ਜਾਂਦੇ ਨੇ ਔਰ ਉਹ ਇਨਕਮ ਆਫ ਸੋਰਸ ਕਰੋੜਾਂ ਰੁਪਈਆ ਹੋਣ ਦੀ ਬਜਾਏ ਵੀ 10-10 ਹਜ਼ਾਰ ਰੁਪਈਆ ਕਹਿੰਦੇ ਨੇ ਸਾਨੂੰ ਸਾਲਾਨਾ ਜਿਹੜੀ ਆਮਦਨ ਹੁੰਦੀ ਆ। ਔਰ ਸਾਡੀਆਂ ਗੱਡੀਆਂ ਸਾਡੇ ਕੋਲ ਨਹੀਂ। ਇਹ ਗੱਡੀ ਜਿਹੜੀ ਮੇਰੇ ਬਾਪੂ ਦੀ ਆ ਜਾਂ ਮੇਰੇ ਤਾਏ ਦੀ ਆ, ਮੇਰੇ ਕੋਲ ਤੇ ਕਾਰ ਵੀ ਨਹੀਂ। ਕਿੱਡੇ ਵੱਡੇ ਝੂਠ। ਪਰ ਜਿਸ ਦਿਨ ਇਹ ਪਿੰਡਾਂ ਚ ਆਉਣਗੇ, ਇਹ ਪੁੱਛਿਓ ਉਸ ਦਸਤਾਵੇਜ਼ ਦੇ ਮੁਤਾਬਕ ਜਿਹੜਾ ਦਸਤਾਵੇਜ਼ ਇਹਨਾਂ ਉਸ ਵੇਲੇ ਆਪਣੀ ਨੋਮੀਨੇਸ਼ਨ ਭਰਨ ਵੇਲੇ ਦਿੱਤਾ ਹੋਏਗਾ, ਉਹਨੂੰ ਇਮੈਜਿਨ ਕਰਿਓ ਵੀ ਜਿਹੜੀ ਕਾਰ ਚ ਆਉਂਦਾ ਉਹ ਚੋਣਾਂ ਦੇ ਲੜਨ ਵਾਸਤੇ, ਉਹ ਕਾਰ ਕਿੰਨੇ ਦੀ ਹੈ, ਉਹ ਕਾਰ ਕਿੱਥੋਂ ਲਿਆਂਦੀ ਹੈ। ਵੇਖਾਂਗੇ ਉਹ ਆਮ ਆਦਮੀ ਵਾਂਗੂ ਸਕੂਟਰ ਤੇ ਆਉਂਦਾ ਕਿ 800 ਜਿਹੜੀ ਮਰੂਤੀ ਕਾਰ ਤੇ ਆਉਂਦਾ। ਇਹ ਆ ਸਾਡੇ ਆਮ ਆਦਮੀ ਦੀ ਪਹਿਚਾਣ। ਉਹ ਆਮ ਆਦਮੀ ਨਹੀਂ ਜਿਹੜਾ ਕਰੋੜਾਪਤੀ ਹੈ। ਕਰੋੜਾਪਤੀ ਬੰਦੇ ਨੂੰ, ਕਿਸੇ ਇੱਕ ਬੰਦੇ ਨੂੰ ਵੀ ਬਿਨਾਂ ਉਹਦੀ ਇਨਕਮ ਸੋਰਸ ਦੇ ਢੱਠੇ ਹੋਏ ਕੋਠੇ ਵਾਲੇ ਨੂੰ ਜਾਂ ਕਿਸੇ ਸੜਕ ਤੇ ਜਿਹੜਾ ਪਾਲਿਸ਼ ਕਰਦਾ ਜਿਹੜਾ ਬੰਦਾ ਜਾਂ ਜਿਹੜਾ ਕੋਈ ਚਾਹ ਵਾਲੀ ਦੁਕਾਨ ਕਰਦਾ, ਕਿਸੇ ਇੱਕ ਪਾਰਟੀ ਨੇ ਮੈਨੂੰ ਟਿਕਟ ਦੇ ਦਿੱਤੀ ਤੇ ਅਸੀਂ ਸਮਝਾਂਗੇ ਪੰਜਾਬ ਦੇ ਵਿੱਚ ਪਹਿਲਾ ਸੁਧਾਰ ਸ਼ੁਰੂ ਹੋ ਗਿਆ। ਸੋ ਕਿਸੇ ਨੂੰ ਟਿਕਟ ਨਹੀਂ ਮਿਲਦੀ। ਸੋ ਇਸ ਕਰਕੇ ਸਾਡੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਔਰ ਉਹਨਾਂ ਸਾਡੇ ਵਿਦੇਸ਼ੀ ਭਰਾਵਾਂ ਨੂੰ ਜਿਹੜੇ ਦੁਨੀਆ ਪੱਧਰ ਦੇ ਉੱਤੇ ਪੰਜਾਬ ਨੂੰ ਆਪਣੀਆਂ ਨਜ਼ਰਾਂ ਨਾਲ ਹੀ ਦੇਖ ਰਹੇ ਨੇ, ਇਹ ਆਸ ਲਾਈ ਬੈਠੇ ਨੇ ਵੀ ਪੰਜਾਬ ਦੇ ਅੰਦਰ ਕੋਈ ਨਵੀਂ ਜਿਹੜੀ ਆ ਉਹ ਸ਼ੁਰੂਆਤ ਹੋਣ ਵਾਲੀ ਹੈ, ਕੋਈ ਨਵਾਂ ਪੰਜਾਬ ਬਣਨ ਵਾਲਾ, ਪੰਜਾਬ ਸੁਧਾਰ ਹੋਣ ਵਾਲਾ। ਔਰ ਉਹ ਜਿਹੜੇ ਅੱਖਾਂ ਤੇ ਲਾਈ ਬੈਠੇ ਨੇ, ਜਿਨ੍ਹਾਂ ਦੇ ਰਿਸ਼ਤੇਦਾਰ ਪੰਜਾਬ ਦੇ ਅੰਦਰ ਰੁਲ ਰਹੇ ਨੇ ਜਾਂ ਪੰਜਾਬ 'ਚ ਗਰੀਬੀ ਹੰਢਾ ਰਹੇ ਨੇ, ਤੇ ਉਹ ਇਹ ਆਸ ਲਾਈ ਬੈਠੇ ਨੇ ਵੀ ਸ਼ਾਇਦ ਇਹਨਾਂ ਦੀ ਮੁਕਤੀ ਹੋ ਜਾਵੇ। ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਬੇਨਤੀ ਹੈ ਵੀ ਇਹਨਾਂ ਦੀਆਂ ਚੁਗਲ 'ਚ ਨਾ ਆਇਓ ਵਿਦੇਸ਼ੀ ਭਰਾਇਓ। ਕੋਈ ਕਿਸੇ ਨੂੰ ਫੰਡ ਨਾ ਭੇਜਿਆ ਜੇ, ਕਿਸੇ ਨੂੰ ਕੋਈ 10 ਰੁਪਏ ਦਿਆ ਜੇ ਨਹੀਂ। ਇਹਨਾਂ ਨੂੰ ਕਿਸੇ ਨੂੰ ਪੈਸਾ ਨਹੀਂ, ਫੰਡ ਨਹੀਂ ਦੇਣਾ, ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਅਗਰ ਤੁਸੀਂ ਫੰਡ ਦੇਣੇ ਵੀ ਹੋਏ ਤੇ 2022 ਦੀਆਂ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਪ੍ਰਾਇਮਰੀ ਸਕੂਲਾਂ, ਆਂਗਣਵਾੜੀ ਜਿਹੜੇ ਸਕੂਲ ਨੇ, ਛੋਟੇ ਸਕੂਲ ਜਿੱਥੇ ਟਾਟ ਨਹੀਂ, ਜਿੱਥੇ ਕੁਰਸੀ ਨਹੀਂ, ਜਿੱਥੇ ਕੁਛ ਵੀ ਨਹੀਂ, ਕੋਈ ਬਿਲਡਿੰਗ ਨਹੀਂ, ਉੱਥੇ ਸਿਰਫ ਤੇ ਸਿਰਫ ਟੁੱਟੇ ਕੋਠੇ 'ਚੋਂ ਕਲਾਸ ਲੱਗ ਰਹੀ ਹੈ, ਉਹਨਾਂ ਨੂੰ ਅਡਾਪਟ ਕਰ ਲਓ। ਔਰ ਉਹ ਪਿੰਡਾਂ ਦੀਆਂ ਸੜਕਾਂ, ਜਿਹੜੀਆਂ ਸੜਕਾਂ ਟਿਚਕੂ ਕਰਦੀਆਂ ਨੇ, ਜਿਨ੍ਹਾਂ ਦੇ ਉੱਤੇ ਸਕੂਟਰ ਚਲਾਉਣਾ ਔਖਾ ਹੋ ਜਾਂਦਾ, ਉਹਨਾਂ ਸੜਕਾਂ ਨੂੰ ਅਡਾਪਟ ਕਰ ਲਓ। ਉਹਨਾਂ ਹਸਪਤਾਲਾਂ ਨੂੰ ਅਡਾਪਟ ਕਰ ਲਓ ਜਿਹੜੇ ਪਿੰਡਾਂ ਦੇ ਵਿੱਚ ਮੁੱਢਲੇ ਸਿਹਤ ਕੇਂਦਰ ਨੇ, ਜਿੱਥੇ ਡਾਕਟਰ ਨਹੀਂ ਬੈਠਦਾ। ਉਹਨਾਂ ਮੁੱਢਲੇ ਕੇਂਦਰਾਂ ਨੂੰ ਵਿਦੇਸ਼ੀ ਭਰਾਵੋ ਅਡਾਪਟ ਕਰ ਲਓ, ਉੱਥੇ ਰੁਪਈਏ ਦੇ ਦਿਓ। ਸੋ ਇਦਾਂ ਦੇ ਬਹੁਤ ਕਾਰਜ ਨੇ, ਬਹੁਤ ਕੁਛ ਆ ਪਿੰਡਾਂ ਦੇ ਅੰਦਰ। ਇਕੱਠੇ ਕੋਠੇ ਨੇ, ਚੋਂਦੇ ਨੇ। ਜਿੰਨੀਆਂ ਵੀ ਸਰਕਾਰ ਨੇ ਸਕੀਮਾਂ ਦਿੱਤੀਆਂ, ਉਹ ਸਾਰੀਆਂ ਸਕੀਮਾਂ ਦਾ ਮੁਲਾਂਕਣ ਕਰ ਲਈਏ ਤੇ ਕਿਸੇ ਨੂੰ 10 ਰੁਪਏ ਵੀ ਨਹੀਂ ਮਿਲੇ। ਔਰ ਉਹ ਇਹਨਾਂ ਨੇ ਆਪਣੇ ਰਾਜਨੀਤਿਕ ਲੋਕਾਂ ਨੇ ਨਵੀਆਂ ਆਰਗੇਨਾਈਜੇਸ਼ਨਾਂ ਬਣਾ ਕੇ, ਸਵੈ ਸੇਵੀ ਜਥੇਬੰਦੀਆਂ ਬਣਾ ਕੇ, ਰਜਿਸਟਰ ਕਰਾ ਕੇ, ਉਹਨਾਂ ਦੇ ਨਾਲ ਟ੍ਰਾਂਸਫਰ ਕਰਾ ਕੇ ਅੱਧੇ ਪੈਸੇ ਆਪ ਖਾ ਲਏ ਨੇ, ਅੱਧੇ ਤੋਂ ਵੀ ਕਿ 30% ਜਾਂ 20% ਪੈਸਾ ਵੀ ਉਹਨਾਂ ਸੁਸਾਇਟੀਆਂ ਕੋਲ ਨਹੀਂ ਪਹੁੰਚਿਆ।
ਸੋ ਮੇਰਾ ਕਹਿਣ ਦਾ ਭਾਵ ਅੱਜ ਸਾਡੇ ਲੋਕਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਆ। ਸਮਾਂ ਬਹੁਤ ਘੱਟ ਹੈ, ਸੋ ਫਿਰ ਗੱਲ ਕਰਾਂਗੇ। ਕਹਿਣ ਦਾ ਭਾਵ ਲੋਕ ਅੱਜ ਜਾਗਰਤ ਹੋ ਰਹੇ ਨੇ ਔਰ ਹੋਰ ਜਾਗਰਤ ਹੋ, ਰਾਜਨੀਤੀ ਨੂੰ ਸਮਝਣ ਕੇ ਤੁਸੀਂ ਆਉਣ ਵਾਲੀਆਂ 2022 ਦੀਆਂ ਆਪਣੇ ਏਕਤਾ ਕਾਇਮ ਰੱਖੋ। ਲਾਲਚ 'ਚ ਨਾ ਫਸੋ, ਕਿਸੇ ਕੋ ਦੀਵਾਨੀ ਲਾਓ ਨਾ, ਕੋਈ ਸ਼ਰਾਬ ਨਾ ਪੀਓ, ਕਿਸੇ ਨਾਲ ਮੂੰਹ ਨਾ ਲਾਓ, ਉਹਨਾਂ ਦੀਆਂ ਗੱਲਾਂ ਸੁਣੋ ਤੇ ਉਹਨਾਂ ਨੂੰ ਕੋਈ ਜਵਾਬ ਲਾਓ ਤੇ ਜਵਾਬ ਦਿਓ। ਫਿਰ ਫੈਸਲਾ ਕਰਿਓ ਕਿ ਪੰਜਾਬ ਦੀ ਜਿਹੜੀ ਫਿਜ਼ਾ ਦੇ ਅੰਦਰ ਉਹ ਪਾਰਟੀ ਲੈ ਕੇ ਆਉਣੀ ਆ, ਉਹ ਲੋਕ ਲੈ ਕੇ ਆਉਣੇ ਆ, ਉਹ ਬੰਦੇ ਜਿਤਾ ਕੇ ਲਿਆਉਣੇ ਆ ਜਿਹੜੇ ਪੰਜਾਬ ਦਾ ਸੁਧਾਰ ਕਰ ਸਕਣ। ਨਹੀਂ ਤੇ ਬਾਕੀ ਹਾਲਾਤ ਜਿਵੇਂ ਪਹਿਲਾਂ ਤੁਸੀਂ ਹੰਡਾਏ ਨੇ 70 ਸਾਲ ਤੋਂ ਹੰਡਾਉਂਦੇ ਆ ਰਹੇ ਹੋ, ਇਸੇ ਤਰ੍ਹਾਂ ਹੁਣ ਤੁਸੀਂ ਫਿਰ ਦੁਬਾਰਾ ਹੰਡਾਉਂਦੇ ਰਹੋਗੇ। ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ। ਇਸ ਕਰਕੇ ਜੇ ਵਿਕਾਸ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਪਹਿਲਾਂ ਲੋੜ ਹੋਏਗੀ। ਜੀ ਲਹਿਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿਸ ਤਰ੍ਹਾਂ ਦੀ ਲੱਗੀ? ਆਪਣੇ ਵਿਚਾਰ, ਆਪਣੇ ਸੁਝਾਅ ਸਾਨੂੰ ਜ਼ਰੂਰ ਦੇ ਦਿਆ ਕਰੋ। ਸਾਡਾ ਕੰਮ ਹੈ ਲੋਕਾਂ ਨੂੰ ਜਗਾਉਣਾ, ਸਾਡਾ ਕੰਮ ਹੈ ਅਲਖ ਜਗਾਉਣਾ, ਤਾਂ ਜੋ ਲੋਕ ਜਾਗਦੇ ਰਹਿਣ ਔਰ ਇਹਨਾਂ ਰਾਜਨੀਤਿਕ ਲੀਡਰਾਂ ਦੀਆਂ ਲੂੰਬੜ ਚਾਲਾਂ ਤੋਂ ਵਾਕਫ ਹੋ ਸਕਣ। ਕੱਲ ਫਿਰ ਮਿਲਾਂਗੇ ਜੀ ਇਸੇ ਸਮੇਂ ਕਿਸੇ ਨਵੀਂ ਚਰਚਾ ਦੇ ਨਾਲ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਰੱਬ ਰਾਖਾ।